ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਬਰ ਦਾ ਫਲ ਆ ਜਿਹੜਾ ਮਿੱਠਾ ਤੇ ਜ਼ਰੂਰ ਹੋਊਗਾ। ਅੱਜ 5 ਦਿਨ ਹੋਏ ਆ, ਭਾਵੇਂ 50 ਦਿਨ ਹੋ ਜਾਣ, ਭਾਵੇਂ 5 ਸਾਲ ਲੱਗ ਜਾਣੇ, ਅਸੀਂ ਕਾਨੂੰਨ ਵਾਪਸ ਕਰਾਵਾਂਗੇ ਜੀ। ਨਹੀਂ, ਗੱਲਬਾਤ ਸਾਡੀ ਤੇ ਇੱਕੋ ਹੀ ਮੰਗ ਆ ਵੀ ਇਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ। ਗੱਲਬਾਤ ਕਰਨ ਚੋਂ ਕੀ ਨਿਕਲਣਾ। ਕੱਲ੍ਹ ਹਰਦੀਪਪੁਰੀ ਜੀ ਚੰਡੀਗੜ੍ਹ ਆ ਕੇ ਮੀਟਿੰਗ ਕਰ ਗਿਆ, ਪ੍ਰੈਸ ਕਾਨਫਰੰਸ ਕਰ ਗਿਆ। ਉਹਨਾਂ ਨੂੰ ਚਾਹੀਦਾ ਸੀ ਵੀ ਜੇ ਉਹ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣਾ ਚਾਹੁੰਦੇ ਸੀ ਤਾਂ ਅੰਮ੍ਰਿਤਸਰ ਆਉਂਦੇ। ਔਰ ਇਹ ਐਲਾਨ ਹੈ ਜਥੇਬੰਦੀਆਂ ਦਾ ਵੀ ਭਾਜਪਾ ਨੂੰ ਪੰਜਾਬ ਦੇ ਅੰਦਰ ਪਿੰਡਾਂ 'ਚ ਜਿਹੜਾ ਉਹ ਨਹੀਂ ਵੜਨ ਦਿੱਤਾ ਜਾਊਗਾ। ਸੋ ਇਹਨੂੰ ਵੇਖਦੇ ਹੋਏ ਉਹ ਡਰਦੇ ਹੀ ਜਿਹੜਾ ਉਹ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਚਲੇ ਗਿਆ। ਇਹ ਸਾਰੀ ਗੱਲ ਲਹਿਰਾਂ ਤੇ ਡਿਪੈਂਡ ਹੁੰਦੀ ਆ। ਕਹਿੰਦੇ ਕਿ ਜਦੋਂ ਵੀ ਲਹਿਰਾਂ ਉੱਠਦੀਆਂ ਸਾਰਾ ਕੁਝ ਵਹਾ ਕੇ ਲੈ ਜਾਂਦੀਆਂ ਵਾ। ਦਰਿਆਵਾਂ ਵੀ ਅਸੀਂ ਦੇਖਿਆ ਹੈਗਾ। ਤੇ ਜੇ ਲੋਕ ਦਰਿਆਵਾਂ ਦੇ ਬੰਨ ਮੋੜ ਸਕਦੇ ਆ, ਫਿਰ ਤੇ ਮੋਦੀ ਤੇ ਬਹੁਤ ਕੋਈ ਵੱਡੀ ਚੀਜ਼ ਨਹੀਂ ਹੈਗੀ, ਲੋਕ ਉਹਨੂੰ ਵੀ ਮੋੜ ਸਕਦੇ ਆ। ਇਹ ਆਰਡੀਨੈਂਸ ਕੀ ਮਤਲਬ, ਇਹ ਤੋਂ ਭਾਵੇਂ ਤਾਂ ਵੱਡੇ ਆਰਡੀਨੈਂਸ ਵੀ ਆ ਜਾਣ, ਉਹਨਾਂ ਨੂੰ ਵੀ ਵਾਪਸ ਮੁੜਨਾ ਪਊਗਾ, ਕਿਉਂਕਿ ਲੋਕਾਂ ਦੀ ਕਚਹਿਰੀ ਸਭ ਤੋਂ ਵੱਡੀ ਕਚਹਿਰੀ ਹੁੰਦੀ ਤੇ ਲੋਕ ਕਾਨੂੰਨ ਸਭ ਤੋਂ ਵੱਡੇ ਕਾਨੂੰਨ। ਮਤਲਬ ਇੱਕ ਦੇਸ਼, ਇੱਕ ਮੰਤਰੀ, ਇੱਕ ਮੰਡੀ, ਇਹ ਸਾਰਾ ਕੁਝ ਹੋਊਗਾ ਨਾ, ਸਾਰਾ ਕੁਝ ਇੱਕ ਇੱਕ ਕਰਨਾ ਹੈਗਾ। ਤਾਂ ਉਹਦੇ 'ਚ ਹੀ ਮੋਦੀ ਸਰਕਾਰ ਪਿੱਛੇ ਨਹੀਂ ਹਟਣਾ ਚਾਹੁੰਦੀ, ਕਿਉਂਕਿ ਇਕੱਲਾ ਆਰਡੀਨੈਂਸ ਦਾ ਮਸਲਾ ਨਹੀਂ ਹੈ, ਇਹ ਕਿਸਾਨੀ ਨੂੰ ਤਬਾਹ ਕਰਨ ਦਾ ਮਸਲਾ ਵਾ। ਕਿਉਂਕਿ ਜੇ ਉਹ ਲੋਕਾਂ ਨੂੰ ਤਬਾਹ ਕਰਨਗੇ ਤਾਂ ਹੀ ਆਪਦੀ ਗੱਲ ਮਨਵਾ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਅੰਮ੍ਰਿਤਸਰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਦਾ ਜਿਹੜਾ ਕਿ ਧਰਨਾ ਦਿੱਤਾ ਗਿਆ ਵਾ, ਤੇ ਕਈ ਦਿਨ ਤੋਂ ਧਰਨਾ ਚੱਲ ਰਿਹਾ। 7 ਤਰੀਕ ਤੱਕ ਦਾ ਇਹਦਾ ਟਾਈਮ ਦਿੱਤਾ ਗਿਆ ਸੀ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ। ਉਧਰਲੇ ਪਾਸੇ ਸ਼ਵੇਤ ਮਲਿਕ ਜਿਹੜੇ ਕਿ ਰਾਜ ਸਭਾ ਮੈਂਬਰ ਆ ਭਾਜਪਾ ਦੇ, ਉਹਨਾਂ ਦੇ ਘਰ ਦਾ ਘਿਰਾਓ ਕੀਤਾ ਵਾ ਕਿਸਾਨ ਜਥੇਬੰਦੀਆਂ ਵੱਲੋਂ। 31 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵੀਰ ਇੱਥੇ ਬੈਠੇ ਆ। ਤਸਵੀਰਾਂ ਤੁਸੀਂ ਵੇਖ ਹੀ ਰਹੇ ਹੋ। ਇਹ ਜਿਹੜੀਆਂ 7 ਤਰੀਕ ਤੱਕ ਟਾਈਮ ਆ। 7 ਤਰੀਕ ਤੋਂ ਬਾਅਦ ਦੇ ਵਿੱਚ ਕਿਹੋ ਜਿਹੀ ਰਣਨੀਤੀ ਉਲੀਕੀ ਜਾਂਦੀ ਆ, ਅਗਲਾ ਕਦਮ ਕੀ ਹੋਊਗਾ, ਆਪਾਂ ਵੀ ਗੱਲਬਾਤ ਕਰਦੇ ਹਾਂ। ਜਤਿੰਦਰ ਛੀਨਾ ਜੀ ਇੱਥੋਂ ਜਿਹੜੇ ਕਿ ਕਮਾਨ ਸੰਭਾਲ ਰਹੇ ਆ, ਉਹਨਾਂ ਨਾਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੀਆਂ ਤਸਵੀਰਾਂ ਇਹ, ਜਿਹਦੇ ਵਿੱਚ ਕਿ 31 ਕਿਸਾਨ ਜਥੇਬੰਦੀਆਂ ਵੱਲੋਂ ਕਈ ਦਿਨ ਤੋਂ ਘਿਰਾਓ ਕੀਤਾ ਵਾ। ਸ਼ਵੇਤ ਮਲਿਕ ਜਿਹੜੇ ਕਿ ਰਾਜ ਸਭਾ ਮੈਂਬਰ ਆ, ਉਹਨਾਂ ਦੇ ਘਰ ਦਾ ਘਿਰਾਓ ਕੀਤਾ ਵਾ। ਉਹਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਜਿੱਥੇ ਕਿ ਬਜ਼ੁਰਗ ਬੈਠੇ ਆ, ਕੁਝ ਨੌਜਵਾਨ ਵੀਰ ਸਾਡੇ ਵੀ ਇੱਥੇ ਬੈਠੇ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਆਪਣਾ ਨਾਂ ਜੀ ਗਗਨਦੀਪ ਸਿੰਘ। ਜੀ ਕਿਹੜੀ ਜਗ੍ਹਾ ਤੋਂ ਆਏ? ਆਪਾਂ ਤੇੜਾ ਖੁਰਦ ਤੋਂ ਆਏ ਜੀ, ਪਿੰਡ ਤੋਂ। ਹਾਂਜੀ, ਕੀ ਲੱਗਦਾ ਜਿਹੜਾ ਕਿ ਸੰਘਰਸ਼ ਵਿੱਢਿਆ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਇਸ ਟਾਈਮ ਤੇ ਲਾਮਬੰਦੀ ਹੋਈ ਆ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਹੋ ਰਿਹਾ? ਇਹ ਸਰ ਜੀ ਜਿੰਨਾ ਚਿਰ ਇਹ ਸਾਡੇ ਨਾਲ ਜਿੰਨਾ ਚਿਰ ਧੱਕਾ ਹੁੰਦਾ ਰਹੂਗਾ, ਉਹਨਾਂ ਚਿਰ ਅਸੀਂ ਤੇ ਫਿਰ ਸੰਘਰਸ਼ ਕਰਦੇ ਰਵਾਂਗੇ ਜੀ। ਸਬਰ ਦਾ ਫਲ ਆ ਜਿਹੜਾ ਮਿੱਠਾ ਤੇ ਜ਼ਰੂਰ ਹੋਊਗਾ। ਅੱਜ 5 ਦਿਨ ਹੋਏ ਆ, ਭਾਵੇਂ 50 ਦਿਨ ਹੋ ਜਾਣ, ਭਾਵੇਂ 5 ਸਾਲ ਲੱਗ ਜਾਣੇ, ਅਸੀਂ ਕਾਨੂੰਨ ਵਾਪਸ ਕਰਾਵਾਂਗੇ ਜੀ। ਅਜੇ ਕੇਵਲ 5 ਦਿਨ ਹੋਏ ਆ, ਭਾਵੇਂ 50 ਦਿਨ ਹੋ ਜਾਣ ਜਾਂ ਵੱਧ ਵੀ ਦਿਨ ਹੋ ਜਾਣਗੇ, ਇਹ ਜਿਹੜਾ ਆਰਡੀਨੈਂਸ ਜਿਹੜਾ ਬਿੱਲ ਬਣਿਆ ਵਾ, ਇਹ ਵਾਪਸ ਕਰਾ ਕੇ ਹੀ ਰਵਾਂਗੇ। ਆਪਾਂ ਜਤਿੰਦਰ ਜੀ ਨਾਲ ਗੱਲ ਕਰਦੇ ਆ, ਉਹਨਾਂ ਦਾ ਕੀ ਅਗਲਾ ਜਾਂ ਕਿ 7 ਤਰੀਕ ਦਾ ਧਰਨਾ ਸੀ, ਉਹ ਤੋਂ ਅਗਲਾ ਕੀ ਪ੍ਰੋਗਰਾਮ ਆ, ਉਹ ਗੱਲਬਾਤ ਕਰਦੇ ਆ। ਤੇ ਹੋਰ ਵੀ ਧਰਨੇ ਦੇ ਉੱਤੇ ਆਏ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ। ਇੱਕ ਵਾਰੀ ਫਿਰ ਤਸਵੀਰਾਂ ਜ਼ਰੂਰ ਵੇਖ ਲਈਏ ਕਿ ਇਹ ਤਸਵੀਰਾਂ ਕਿਸਾਨ ਧਰਨੇ ਦੀਆਂ ਵਾ, ਜਿਹੜਾ ਕਿ ਅੰਮ੍ਰਿਤਸਰ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਧਰਨਾ ਲੱਗਾ। ਜਤਿੰਦਰ ਛੀਨਾ ਜੀ ਸਾਡੇ ਨਾਲ ਜੁੜੇ ਹੈਗੇ ਆ, ਕਿਸਾਨ ਸਭਾ ਦੇ ਆਗੂ। ਅੰਮ੍ਰਿਤਸਰ ਦੇ ਵਿੱਚ ਧਰਨਾ ਲੱਗਾ ਵਾ, ਕਈ ਦਿਨ ਤੋਂ ਇੱਥੇ ਧਰਨਾ ਲੱਗਾ ਹੈਗਾ, ਕਿਉਂਕਿ ਬੀਜੇਪੀ ਜਿਹੜੇ ਕਿ ਰਾਜ ਸਭਾ ਮੈਂਬਰ ਆ, ਉਹਨਾਂ ਦੇ ਘਰਾਂ ਦੇ ਘਿਰਾਓ ਕੀਤੇ ਗਏ ਆ। ਸ਼ਵੇਤ ਮਲਿਕ ਦਾ ਘਿਰਾਓ ਕੀਤੇ ਨੂੰ ਕਈ ਦਿਨ ਹੋ ਚੁੱਕੇ ਆ। ਮੰਗਾਂ ਜਿਹੜੀਆਂ ਆਰਡੀਨੈਂਸ ਕਾਨੂੰਨ ਬਣਿਆ ਵਾ, ਵਾਪਸ ਲੈਣ ਦੀ ਗੱਲ ਹੋ ਰਹੀ ਹੈ। ਜਤਿੰਦਰ ਛੀਨਾ ਨਾਲ ਪਹਿਲਾਂ ਗੱਲਬਾਤ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਈ ਦਿਨ ਤੋਂ ਇੱਥੇ ਧਰਨਾ ਲੱਗਾ ਹੈਗਾ, ਕਿੰਨੇ ਦਿਨ ਹੋ ਗਿਆ ਜੀ ਧਰਨਾ? ਇਹ ਧਰਨਾ ਅੱਜ 5ਵੇਂ ਦਿਨ 'ਚ ਦਾਖਲ ਹੋ ਗਿਆ ਜੀ। ਕੀ ਕੋਈ ਗੱਲਬਾਤ ਹੋਈ ਸ਼ਵੇਤ ਮਲਿਕ ਨਾਲ? ਕੋਈ ਆਇਆ? ਨਹੀਂ, ਗੱਲਬਾਤ ਸਾਡੀ ਤੇ ਇੱਕੋ ਹੀ ਮੰਗ ਆ ਵੀ ਇਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ। ਗੱਲਬਾਤ ਕਰਨ ਚੋਂ ਕੀ ਨਿਕਲਣਾ। ਕਰੂਗੀ ਫੇਰ ਹੀ ਅੱਗੇ ਕੋਈ ਚੱਲੂਗਾ। ਕੱਲ੍ਹ ਹਰਦੀਪਪੁਰੀ ਜੀ ਚੰਡੀਗੜ੍ਹ ਆ ਕੇ ਮੀਟਿੰਗ ਕਰ ਗਿਆ, ਪ੍ਰੈਸ ਕਾਨਫਰੰਸ ਕਰ ਗਿਆ। ਉਹਨਾਂ ਨੂੰ ਚਾਹੀਦਾ ਸੀ ਵੀ ਜੇ ਉਹ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣਾ ਚਾਹੁੰਦੇ ਸੀ ਤਾਂ ਅੰਮ੍ਰਿਤਸਰ ਆਉਂਦੇ। ਉਹ ਪੰਜਾਬ ਦੇ ਕਿਸਾਨਾਂ ਦੇ ਇਕੱਠ ਚਾਹੁੰਦੇ, ਪਰ ਉਹਨਾਂ ਨੇ ਜਿਸ ਤਰ੍ਹਾਂ ਕਿ
4 ਦਿਨ ਪਹਿਲਾਂ ਇਹਨਾਂ ਦੇ ਰਾਸ਼ਟਰੀ ਜਿਹੜੇ ਜਨਰਲ ਸਕੱਤਰ ਨੇ ਸ੍ਰੀ ਤਰਨ ਚੁੱਗ ਜੀ, ਉਹ ਪਿੰਡ ਹਰਸਾ ਸ਼ੀਨਾ ਦੇ ਵਿੱਚ ਜਿਹੜਾ ਉਹ ਇਹਨਾਂ ਦੇ ਆਗੂ ਜਿਹੜੇ ਰਜਿੰਦਰ ਮੋਹਨ ਸ਼ੀਨਾ ਦੇ ਫਾਰਮ ਤੇ ਲੁੱਕ ਕੇ ਜਿਹੜੀ ਮੀਟਿੰਗ ਕਰ ਰਿਹਾ ਸੀ ਕਿਸਾਨਾਂ ਦੇ ਨਾਲ, ਉਹਦੇ 'ਚ ਕਿਸਾਨ ਨਹੀਂ ਸਨ ਹੈਗੇ ਕੋਈ ਵੀ। ਉਹਦੇ 'ਚ ਜਾਂ ਭੱਠੇ ਦੀ ਲੇਬਰ ਸੀ ਜਾਂ ਇਹਨਾਂ ਦੇ ਕੋਈ ਜਿਹੜੇ ਆ ਉਹ ਗੈਰ ਕਿਸਾਨ ਲੋਕ ਜਿਹੜੇ ਸੀ ਉਹਦੇ 'ਚ ਸ਼ਾਮਲ ਸੀਗੇ। ਔਰ ਉਹਨਾਂ ਤਰਨ ਚੁੱਗ ਹੁਣਾਂ ਦਾ ਜਥੇਬੰਦੀਆਂ ਨੇ ਉੱਥੇ ਘਿਰਾਓ ਕੀਤਾ, ਉਹਨਾਂ ਨੂੰ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਭੰਗ ਕਰਕੇ ਕਿਸਾਨਾਂ ਨੇ ਉਹਨਾਂ ਨੂੰ ਸੜਕ ਤੇ ਭਾਇਆ। ਔਰ ਇਹ ਐਲਾਨ ਹੈ ਜਥੇਬੰਦੀਆਂ ਦਾ ਵੀ ਭਾਜਪਾ ਨੂੰ ਪੰਜਾਬ ਦੇ ਅੰਦਰ ਪਿੰਡਾਂ 'ਚ ਜਿਹੜਾ ਉਹ ਨਹੀਂ ਵੜਨ ਦਿੱਤਾ ਜਾਊਗਾ। ਸੋ ਇਹਨੂੰ ਵੇਖਦੇ ਹੋਏ ਉਹ ਡਰਦੇ ਹੀ ਜਿਹੜਾ ਉਹ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਚਲੇ ਗਿਆ। ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਵੀ ਅੰਮ੍ਰਿਤਸਰ ਆਉਣ। ਉਹ ਲੁਧਿਆਣੇ ਬੀਜੇਪੀ ਸੱਦਾ ਦੇ ਰਹੀ ਕਿ ਤੁਸੀਂ ਦਿੱਲੀ ਆਓ, ਉਹ ਕੋਈ ਗੱਲਬਾਤ ਚੱਲ ਨਹੀਂ, ਇਹ ਐਵੇਂ ਗੱਲਾਂ ਨੇ। ਉਹ ਕਹਿ ਕੇ ਗਿਆ, ਉਹਨੇ ਜੇ ਕਿਸਾਨ ਜਥੇਬੰਦੀਆਂ ਨੇ ਗੱਲ ਕਰਨੀ ਆ ਤਾਂ ਉਹ ਕਰ ਲੈਣਾ। ਤਰਨ ਚੁੱਗ ਜਿਹੜਾ ਹੱਥ ਜੋੜਦਾ ਫਿਰ ਰਿਹਾ ਵਾ, ਫਾਰਮੈਲਿਟੀਆਂ ਲੱਗਦੀਆਂ ਤੁਹਾਨੂੰ? ਨਹੀਂ, ਹੱਥ ਉੱਥੇ ਜੋੜਨੇ ਪਏ ਕਿਸਾਨਾਂ ਨੇ ਜਦੋਂ ਉਹਨਾਂ ਨੂੰ ਉੱਥੇ ਬਿਠਾਇਆ ਹੋਇਆ ਹੈ। ਤਾਂ ਕਿਸਾਨ ਅੱਜ ਇੰਨੇ ਗੁੱਸੇ 'ਚ ਆ ਵੀ ਕਿਸਾਨਾਂ ਦੇ ਕੋਈ ਰੋਹਬ ਨਹੀਂ ਚਾੜਿਆ ਜਾ ਸਕਦਾ। ਉਹਨਾਂ ਨੇ ਉਹ ਹੱਥ ਜੋੜ ਕੇ ਉੱਥੋਂ ਆਪਣੀ ਜਾਨ ਜਿਹੜੀ ਉਹ ਛੁਡਾਈ। ਬਾਰ-ਬਾਰ ਇਹ ਗੱਲ ਕਹਿ ਰਹੇ ਆ ਕਿ ਆਓ ਆਪਾਂ ਤੁਹਾਨੂੰ ਮੋਦੀ ਨਾਲ ਮਿਲਾਉਂਦੇ ਆ। ਜੇ ਆਪਾਂ ਤਰਨ ਚੁੱਗ ਦੀ ਗੱਲ ਕਰਦੇ ਆ, ਹੰਸਰਾਜ ਹੰਸ ਅੰਦਰ ਬੈਠੇ ਸਪੀਚਾਂ ਦੇ ਰਹੇ ਆ, ਕਹਿ ਰਹੇ ਕਿ ਆਓ ਤੁਹਾਨੂੰ ਨਰਿੰਦਰ ਮੋਦੀ ਨਾਲ ਮਿਲਾਉਂਦੇ ਆ, ਕਿਸ ਮਸਲੇ ਦਾ ਹੱਲ ਹੋਵੇ। ਨਹੀਂ, ਇਹੋ ਜੀ ਕੋਈ ਗੱਲ ਜਿਹੜੀ ਆ ਉਹ ਅਜੇ ਸਾਡੇ ਸਾਹਮਣੇ ਨਹੀਂ ਆਈ। ਇਹ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜਿਵੇਂ ਪਹਿਲਾਂ ਅਕਾਲੀ ਦਲ ਵੱਲੋਂ, ਫਿਰ ਕਾਂਗਰਸ ਵੱਲੋਂ, ਤੇ ਉਸ ਤੋਂ ਬਾਅਦ ਵਿੱਚ ਬੀਜੇਪੀ ਵੱਲੋਂ ਵੀ ਪਠਾਨਕੋਟ ਰੈਲੀ ਕੱਢੀ ਗਈ, ਟਰੈਕਟਰ ਰੈਲੀ ਕਿਸਾਨਾਂ ਨੂੰ ਲੈ ਕੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ, ਇਹ ਸਾਰੀਆਂ ਪਾਰਟੀਆਂ ਆਪਣੀਆਂ ਵੋਟਾਂ ਬਚਾਉਣੀਆਂ ਚਾਹੁੰਦੀਆਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਬੀਜੇਪੀ ਦਾ ਤੇ ਪੰਜਾਬ 'ਚ ਜਿਹੜਾ ਉਹ ਕੋਈ ਹਾਲ ਨਹੀਂ ਹੈਗਾ। ਉਹ ਉਹਨਾਂ ਦੀ ਬੈਲਟ ਆ ਜਿੱਥੇ ਉਹ ਰੈਲੀ ਕੱਢ ਗਿਆ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਅੰਮ੍ਰਿਤਸਰ ਆਓ, ਬਾਕੀ ਪੰਜਾਬ 'ਚ ਵੀ ਰੈਲੀ ਕੱਢੋ, ਆਓ। ਮੇਨ ਮੰਗ ਇਹ ਤੇ ਜਿਸ ਕਾਨੂੰਨ 'ਚ ਸੋਧ ਕਰਨ ਦੀ ਹੋਊਗੀ ਕਿਸਾਨ ਜਥੇਬੰਦੀਆਂ ਵੱਲੋਂ, ਜਾਂ ਕਾਨੂੰਨ ਵਾਪਸ ਲੈਣ ਦੀ ਗੱਲ? ਵਾਪਸ ਲੈਣ ਦੀ ਇੱਕੋ ਇੱਕ ਮੰਗ ਆ ਜੀ, ਇਹ ਕਾਨੂੰਨ ਜਿਹੜਾ ਬਿਲਕੁਲ ਰੱਦ ਕੀਤਾ ਜਾਵੇ, ਵਾਪਸ ਲਿਆ ਜਾਵੇ। ਕਿਉਂਕਿ ਜੇ ਇਹ ਕਾਨੂੰਨ ਰਹਿੰਦਾ ਤੇ ਕਿਸਾਨ ਨਹੀਂ ਰਹਿੰਦੇ। ਜੇ ਕਿਸਾਨੀ ਨੇ ਰਹਿਣਾ ਫਿਰ ਇਹ ਕਾਨੂੰਨ ਨਹੀਂ ਰਹਿਣੇ ਚਾਹੀਦੇ। 5ਵਾਂ ਦਿਨ ਹੋ ਚੁੱਕਾ ਤੁਹਾਨੂੰ ਇੱਥੇ, ਕੋਈ ਬੀਜੇਪੀ ਵਾਲਿਆਂ ਦੇ ਕੋਈ ਘੰਟੀ ਖੜਕੀ ਕੋਈ ਡੋਰਾਂ ਦੇ ਵਿੱਚ? ਬਿਲਕੁਲ ਘੰਟੀਆਂ ਖੜਕ ਰਹੀਆਂ ਜੀ। ਕਿਸਾਨ ਅੰਦੋਲਨ ਨੇ ਬੀਜੇਪੀ ਦੇ 2-3 ਲਾਈ ਜਿਹੜੇ ਉਹ ਤੋਂ ਵੱਖ ਕਰ ਦਿੱਤੇ ਆ। ਕੇਂਦਰੀ ਮੰਤਰੀ ਦਾ ਅਸਤੀਫਾ ਦਵਾਤਾ ਹੈ। ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਅੱਜ ਵੜਨ ਦੀ, ਉਹਦੀ ਜਿਹੜੇ ਕੇਂਦਰੀ ਮੰਤਰੀ ਉਹਨਾਂ ਨੇ ਵੜਨ ਦੀ ਹਿੰਮਤ ਨਹੀਂ ਕੀਤੀ। ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰ ਗਿਆ। ਔਰ ਅੱਜ ਕਿਸਾਨ ਅੰਦੋਲਨ ਜਿਹੜਾ ਉਸ ਸਮੇਂ ਹੋ ਰਿਹਾ ਜਦੋਂ ਕਿਸਾਨ ਕੋਲ ਸਿਰ ਖੁਰਕਣ ਦਾ ਟਾਈਮ ਨਹੀਂ। ਸਭ ਕਿਸਾਨ ਤੁਸੀਂ ਦੇਖ ਲਓ, ਇੱਥੋਂ ਟਰਾਲੀਆਂ ਮੰਡੀ ਨੂੰ ਜਾ ਰਹੀਆਂ ਨੇ, ਤਾਂ ਉਹਦੇ ਬਾਵਜੂਦ ਕਿਸਾਨ ਜਿਹੜੇ ਆ ਉਹ ਅੰਦੋਲਨ ਤੁਹਾਡੇ ਸਾਹਮਣੇ ਭਰਵੇਂ ਰੂਪ 'ਚ ਕਰ ਰਹੇ। ਔਰ ਕੂਚ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਅੰਦੋਲਨ ਵੱਲੋਂ, ਦਿੱਲੀ ਨੂੰ ਕੂਚ ਕਰਨ ਦਾ ਕੀ ਪ੍ਰੋਗਰਾਮ? ਬਿਲਕੁਲ ਜੀ, ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿਹੜੀ ਦੇਸ਼ ਦੀਆਂ 260 ਕਿਸਾਨ ਜਥੇਬੰਦੀਆਂ ਦੇ ਆਧਾਰ 'ਤੇ ਆ, ਔਰ ਜਿਹੜੀ ਸਾਰੇ ਦੇਸ਼ 'ਚ ਅੰਦੋਲਨ ਕਰ ਰਹੀ ਆ ਅੰਦੋਲਨ ਜਿਹੜਾ ਸਾਰੇ ਦੇਸ਼ 'ਚ ਹੋ ਰਿਹਾ, ਉਹਨੇ 26-27 ਨਵੰਬਰ ਨੂੰ ਦਿੱਲੀ ਜਾਣ ਦਾ ਜਿਹੜਾ ਉਹ ਸੱਦਾ ਦਿੱਤਾ। ਸੋ ਇਹ ਅੰਦੋਲਨ ਜੇ ਉਹਨਾਂ ਚਿਰ ਤੱਕ ਕੋਈ ਸੱਦਾ ਨਹੀਂ ਸਰਕਾਰ ਕੱਢਦੀ ਤਾਂ ਫਿਰ ਇਹ ਅੰਦੋਲਨ ਜਿਹੜਾ ਦਿੱਲੀ ਵੱਲ ਨੂੰ ਵੀ ਜਾਊਗਾ। ਕਲਾਕਾਰ ਭਾਈਚਾਰਾ ਤੁਹਾਡੇ ਨਾਲ ਆ, ਜੇ ਸਮਾਜ ਦੀ ਗੱਲ ਕਰੀਏ ਸਾਰੇ ਨਾਲ ਆ। ਪਾਰਟੀਬਾਜੀ ਤੌਰ ਤੇ ਅਕਾਲੀ ਦਲ ਵੀ ਕਹਿ ਰਿਹਾ ਨਾਲ ਆ, ਪਿੱਛੇ ਲੱਗਣ ਨੂੰ ਤਿਆਰ ਆ, ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਿਹਾ। ਪਰ 3 ਦਿਨ ਦੀ ਰੈਲੀ ਵਾਸਤੇ ਰਾਹੁਲ ਗਾਂਧੀ ਜਿਹੜੇ ਵਿਸ਼ੇਸ਼ ਤੌਰ ਤੇ, ਤੁਸੀਂ ਦਿੱਲੀ ਦੀ ਗੱਲ ਕਰ, ਰਾਹੁਲ ਗਾਂਧੀ ਜੀ ਪੰਜਾਬ 'ਚ ਰੈਲੀਆਂ ਕਰ ਰਹੇ। ਬਸ ਉਹ ਵੋਟਾਂ ਦੀ ਗੱਲ ਹੈ ਜੀ। ਉਹ ਪੰਜਾਬ ਦੇ ਅੰਦਰ ਜਿਹੜਾ ਅੰਦੋਲਨ ਫੁੱਟਿਆ ਆ ਉਹਦੇ ਨਾਲ ਹਮਦਰਦੀ ਦਿਖਾਉਣਾ ਚਾਹੁੰਦੇ ਆ। ਜਦੋਂ ਕਿ ਨੀਤੀਗਤ ਤੌਰ ਦੇ ਉੱਤੇ ਜਿਹੜਾ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਬੀਜੇਪੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਜਿਹੜੀ ਨਿੱਜੀਕਰਨ ਦੀ ਨੀਤੀ ਆ ਉੱਤੇ ਸਾਰੇ ਸਹਿਮਤ ਆ। ਸਾਡੀ ਮੰਡੀ ਦਾ ਨਿੱਜੀਕਰਨ ਕੀਤਾ ਜਾ ਰਿਹਾ। ਕੰਪਨੀਆਂ ਨੂੰ ਸਾਡੀ ਮੰਡੀ ਉਹਨਾਂ ਦੇ ਹਵਾਲੇ ਕੀਤੀ ਜਾ ਰਹੀ ਆ। ਕੰਪਨੀਆਂ ਨੂੰ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਵੀ ਉਹ ਸਾਰਾ ਕੁਝ ਜਿਹੜਾ ਲੁੱਟ ਲੈਣ। ਕਲਾਕਾਰ ਭਾਈਚਾਰਾ ਜਿਹਦੀ ਗੱਲ ਕਰਦੇ ਆ, ਇਸ ਟਾਈਮ ਤੁਹਾਡੇ ਨਾਲ ਖੜਾ ਵਾ। ਸ਼ੰਭੂ ਬਾਰਡਰ ਤੇ ਵੀ ਧਰਨਾ ਲੱਗ ਚੁੱਕਾ ਵਾ, ਪੱਕਾ ਧਰਨਾ, ਉਹਦੇ ਬਾਰੇ ਕੀ ਸੋਚਦੇ? ਕਲਾਕਾਰ ਭਾਈਚਾਰਾ ਜਿਹੜਾ ਉਹ ਇਹਨਾਂ ਕਾਨੂੰਨਾਂ ਦੀ ਗੰਭੀਰਤਾ ਨੂੰ ਸਮਝਦਾ ਆ, ਔਰ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦੀ ਜਿਹੜੀ ਇਹਨਾਂ ਕਾਨੂੰਨਾਂ ਕਰਕੇ ਦੁਰਦਸ਼ਾ ਨੂੰ ਹੋਣੀ ਆ, ਉਹਨੂੰ ਉਹ ਦੁਰਦਸ਼ਾ ਨੂੰ ਸਮਝਦਾ ਆ। ਉਹ ਅੱਜ ਕਿਸਾਨ ਜਥੇਬੰਦੀਆਂ ਦੇ ਪਿੱਠ ਤੇ ਆ ਗਿਆ। ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਇਹ ਗੱਲ ਤੈਅ ਹੋਈ ਆ ਵੀ ਅਗਵਾਈ ਕਿਸਾਨ ਜਥੇਬੰਦੀਆਂ ਕਰਨਗੀਆਂ
ਕਲਾਕਾਰ ਭਾਈਚਾਰਾ ਜਿਹੜਾ ਉਹ ਆਣ ਕੇ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਇੱਕ ਪੰਜਾਬੀ ਦੇ ਤੌਰ ਤੇ, ਇੱਕ ਕਿਸਾਨ ਦੇ ਤੌਰ ਤੇ, ਇੱਕ ਆਮ ਆਦਮੀ ਤੌਰ ਤੇ ਜਿਹੜਾ ਬੈਠੇਗਾ। ਤੁਸੀਂ ਦੇਖਿਆ ਵੀ ਹਰਪ ਸੰਧੂ ਜੀ ਜਿਹੜੇ ਅੱਜ ਪਿਛਲੇ 1 ਘੰਟੇ ਤੋਂ ਵੀ ਉੱਪਰ ਟਾਈਮ ਤੋਂ ਉਹ ਸਾਡੇ ਧਰਨੇ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋ ਕੇ ਬੈਠੇ। ਹੋਰ ਕਲਾਕਾਰ ਸਾਥੀ ਜਿਹੜੇ ਉਹ ਵੀ ਆ ਰਹੇ। ਸਾਰੇ ਪੰਜਾਬ 'ਚ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਬੈਠ ਕੇ ਅੰਦੋਲਨ ਚਲਾ ਰਿਹਾ। ਸ਼ਵੇਤ ਮਲਿਕ ਦੇ ਘਰ ਦਾ ਘਰਾਓ ਦਾ ਕੋਈ ਟਾਈਮ ਰੱਖਿਆ ਗਿਆ ਕਿ ਅਨਲਿਮਿਟਿਡ ਹੈਗਾ ਇੱਥੇ? ਅਜੇ ਜਥੇਬੰਦੀਆਂ ਦੀ ਬੜੀ ਸਪਸ਼ਟ ਗੱਲ ਆ ਵੀ ਸਿਰਫ ਇਹਨਾਂ ਦੇ ਘਰਾਂ ਅੱਗੇ ਧਰਨੇ ਦੇਣੇ ਆ। ਇਹਨਾਂ ਦੇ ਘਰਾਂ ਦਾ ਅਜੇ ਘਰਾਓ ਕਰਨ ਦਾ ਕੋਈ ਪ੍ਰੋਗਰਾਮ ਨਹੀਂ। ਕਹਿ ਸਕਦੇ ਆ ਦਰਵਾਜ਼ਾ ਬੰਦ ਆ ਬਾਹਰ? ਨਹੀਂ, ਅਸੀਂ ਧਰਨਾ ਲਾ ਕੇ ਬੈਠੇ ਆ। ਅਸੀਂ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੇ। ਉਹ ਜਿਹੜਾ ਪ੍ਰਸ਼ਾਸਨ ਆ ਉਹਨੇ ਆਪਣੇ ਦੇਸ਼ਾਂ ਦੇ ਆਧਾਰ ਦੇ ਉੱਤੇ ਜਿਹੜਾ ਉਹ ਪ੍ਰਬੰਧ ਕੀਤਾ ਹੋਇਆ। ਕਿੰਨੇ ਦਿਨ ਦਾ ਜਿਹੜਾ ਧਰਨਾ ਲਾਇਆ, ਰੋਸ ਧਰਨਾ ਜਿਹੜਾ, ਕਿੰਨੇ ਦਿਨ ਵਾਸਤੇ? ਇਹ 7 ਦਿਨ ਵਾਸਤੇ ਸੱਦਾ ਜੀ ਸਾਡਾ 31 ਜਥੇਬੰਦੀਆਂ ਦਾ। 7 ਤਰੀਕ ਨੂੰ ਮੀਟਿੰਗ ਹੋ ਰਹੀ ਆ। ਉਸ ਮੀਟਿੰਗ 'ਚ ਜੋ ਫੈਸਲਾ ਹੋਊਗਾ ਉਹਦੇ ਅਨੁਸਾਰ ਅਗਲਾ ਘੋਲ ਚੱਲੂਗਾ। ਇਹ ਸਨ ਜਤਿੰਦਰ ਛੀਨਾ ਜੀ, ਜਿਨ੍ਹਾਂ ਨੇ ਦੱਸਿਆ ਕਿ 1 ਤੋਂ 7 ਤਰੀਕ ਤੱਕ ਦਾ ਇਹਨਾਂ ਦਾ ਸੱਦਾ ਸੀ। ਇੱਥੇ ਜਿਹੜੀ ਸ਼ਵੇਤ ਮਲਿਕ ਦੀ ਕੋਠੀ ਦਾ ਘਿਰਾਓ ਕੀਤਾ ਵਾ, ਉਹ ਥੋੜ੍ਹੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ। ਇਸ ਪਾਸੇ ਸ਼ਵੇਤ ਮਲਿਕ ਦੀ ਕੋਠੀ ਆ, ਜਿਹੜੇ ਕਿ ਰਾਜ ਸਭਾ ਮੈਂਬਰ ਆ, ਉਹਨਾਂ ਦੇ ਘਰ ਦਾ ਘਿਰਾਓ ਕੀਤਾ ਵਾ। ਜਤਿੰਦਰ ਜੀ ਨਾਲ ਗੱਲ ਕੀਤੀ ਸੀ। ਇੱਥੋਂ ਦੇ ਜਿਹੜੇ ਆਵਾਮ ਜੁੜੀ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਹਾਂ, ਕਿਉਂਕਿ ਅੰਮ੍ਰਿਤਸਰ ਧਰਨੇ ਦੀਆਂ ਤਸਵੀਰਾਂ ਵੇਖ ਰਹੇ ਹੋ। ਸ਼ੰਭੂ ਬਾਰਡਰ ਤੋਂ ਕੱਲ ਤੁਹਾਨੂੰ ਜੋੜਿਆ ਸੀ, ਅੱਜ ਫਿਰ ਦੁਬਾਰਾ ਟੀਮ ਅੰਮ੍ਰਿਤਸਰ ਪਹੁੰਚੀ ਹੈਗੀ ਆ, ਜਿੱਥੇ ਕਿ ਵੀਰ ਆਪਣਾ ਪੂਰਾ ਸਾਥ ਦੇ ਰਹੇ ਆ। ਕਲਾਕਾਰ ਭਾਈਚਾਰਾ ਇੱਥੇ ਪਹੁੰਚ ਰਿਹਾ ਵਾ। ਇਹ ਤਸਵੀਰਾਂ ਵੇਖ ਰਹੇ ਹੋ ਤੁਸੀਂ। ਉੱਥੇ ਭੈਣਾਂ ਵੀ ਆਪਣਾ ਵੱਡਾ ਯੋਗਦਾਨ ਪਾ ਰਹੀਆਂ ਹੈਗੀਆਂ ਵਾ। ਤਸਵੀਰਾਂ ਦੇ ਵਿੱਚ ਬੱਚੇ ਲੈ ਕੇ ਬੈਠੀਆਂ ਉਹ ਭੈਣਾਂ, ਕਿਉਂਕਿ ਕਿਸਾਨੀ ਦੇ ਕਿੱਤੇ ਦੇ ਨਾਲ ਹਰ ਕੋਈ ਜੁੜਿਆ ਵਾ, ਕਿਸਾਨੀ ਨਾਲ ਹਰ ਕੋਈ ਜੁੜਿਆ ਵਾ। ਤੇ ਇਸ ਟਾਈਮ ਦੀਆਂ ਤਸਵੀਰਾਂ ਤੁਸੀਂ ਜਿਹੜੀਆਂ ਅੰਮ੍ਰਿਤਸਰ ਤੋਂ ਵੇਖ ਰਹੇ ਹੋ। ਸਾਡੇ ਨਾਲ ਭੈਣ ਜੀ ਹੈਗੇ ਆ, ਪੁੱਛਦੇ ਆ ਕੀ ਸ਼ੁਭ ਨਾਮ ਭੈਣ ਜੀ ਤੁਹਾਡਾ? ਮੇਰਾ ਨਾਮ ਹੈ ਜੀ ਹਰਦੀਪ ਕੌਰ ਕੋਟਲਾ। ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ। ਤੇ ਧਰਨੇ ਦੇ ਸ਼ਮੂਲੀਅਤ ਕਰ ਰਹੇ ਹੋ, ਕਈ ਦਿਨ ਤੋਂ ਇੱਥੇ ਚੱਲ ਰਿਹਾ ਧਰਨਾ ਹੈ ਤੇ ਆਵਾਜ਼ ਦਿੱਲੀ ਤੱਕ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸ਼ੰਭੂ ਬਾਰਡਰ ਤੇ ਬਹੁਤ ਵੱਡਾ ਇਕੱਠ ਹੁੰਦਾ ਵਾ, ਕਿਉਂਕਿ 25 ਤਰੀਕ ਤੋਂ ਲੈ ਕੇ ਹੁਣ ਤੱਕ ਨੌਜਵਾਨ ਪੀੜ੍ਹੀ ਜੋ ਰੋਡਾਂ ਤੇ ਉਤਰੀ ਹੈ ਨਾ, ਉਹਦਾ ਇੱਕ ਰਿਕਾਰਡ ਆ। ਕਿਉਂਕਿ ਜਦੋਂ ਕਿਸਾਨੀ ਦੀ ਗੱਲ ਹੁੰਦੀ ਸੀ ਤਾਂ ਬਜ਼ੁਰਗ ਸੜਕਾਂ ਤੇ ਵੇਖਦੇ ਸੀ, ਪਰ ਇਸ ਟਾਈਮ ਸਾਡੀ ਨੌਜਵਾਨ ਪੀੜ੍ਹੀ ਵੀ ਉਤਰੀ ਹੋਈ ਆ। ਕੀ ਲੱਗਦਾ ਤੁਹਾਨੂੰ ਇਹ ਜਿਹੜੇ ਆਰਡੀਨੈਂਸ ਵਾਪਸ ਹੋ ਕੇ ਰਹਿਣਗੇ? ਦੇਖੋ ਜੀ, ਇਹ ਸਾਰੀ ਗੱਲ ਲਹਿਰਾਂ ਤੇ ਡਿਪੈਂਡ ਹੁੰਦੀ ਆ। ਕਹਿੰਦੇ ਕਿ ਜਦੋਂ ਵੀ ਲਹਿਰਾਂ ਉੱਠਦੀਆਂ ਸਾਰਾ ਕੁਝ ਵਹਾ ਕੇ ਲੈ ਜਾਂਦੀਆਂ ਵਾ। ਦਰਿਆਵਾਂ ਵੀ ਅਸੀਂ ਦੇਖਿਆ ਹੈਗਾ। ਤੇ ਜੇ ਲੋਕ ਦਰਿਆਵਾਂ ਦੇ ਬੰਨ੍ਹ ਮੋੜ ਸਕਦੇ ਆ, ਫਿਰ ਤੇ ਮੋਦੀ ਤੇ ਬਹੁਤ ਕੋਈ ਵੱਡੀ ਚੀਜ਼ ਨਹੀਂ ਹੈਗੀ, ਲੋਕ ਉਹਨੂੰ ਵੀ ਮੋੜ ਸਕਦੇ ਆ। ਤੇ ਆਰਡੀਨੈਂਸ, ਪਹਿਲੀ ਗੱਲ ਹੁਣ ਇਹ ਆਰਡੀਨੈਂਸ ਨਹੀਂ ਰਹੇ, ਕਾਨੂੰਨ ਬਣ ਚੁੱਕੇ ਨੇ ਜੀ। ਤੇ ਇਹਦੇ ਵਾਸਤੇ ਜਿਹੜੇ ਮਤਲਬ ਲੋਕ ਧਰਨੇ ਲਾ ਰਹੇ ਆ, ਇਹ ਆ ਕਿ ਹੁਣ ਇਹ ਜਿਹੜਾ ਮਤਲਬ ਸਟੈਪ ਬਾਏ ਸਟੈਪ ਹੀ ਇਹਨੂੰ ਸੋਲਵ ਕੀਤਾ ਜਾ ਸਕਦਾ। ਇਹ ਲੜਾਈ ਹੁਣ ਥੋੜੀ ਲੰਬੀ ਲੜਨੀ ਪਊਗੀ। ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਮਹੀਨਾ 2 ਮਹੀਨਿਆਂ 'ਚ ਹੀ ਸੋਲਵ ਹੋ ਜਾਊਗੀ। ਇੱਕ ਲੰਬੀ ਲੜਾਈ ਆ ਇਹ। ਇਹਦੇ ਦਾਅਵੇ 'ਚ ਬਦਲੇ ਵੀ ਜਾਣਗੇ, ਕਿਉਂਕਿ ਪੰਜਾਬ ਦੇ ਵਿੱਚ 12-13 ਹਜ਼ਾਰ ਪਿੰਡ ਆ, ਜਿਹਦੇ 'ਚ ਹਲੇ ਬਹੁਤ ਸਾਰੇ ਪਿੰਡਾਂ 'ਚ ਪਹੁੰਚ ਨਹੀਂ ਹੋ ਸਕੀ। ਕਿਉਂਕਿ ਜਿਹੜੀ ਹੁਣ ਲਹਿਰ ਉੱਠੀ ਆ, ਇਹਦੇ 'ਚ ਮਤਲਬ ਲੀਡਰ ਘਟ ਗਏ ਆ ਤੇ ਲੋਕ ਵੱਧ ਗਏ ਆ। ਲੀਡਰਸ਼ਿਪ ਦੀ ਜ਼ਿਆਦਾ ਲੋੜ ਆ, ਪਰ ਉਹਦੇ ਲਈ ਜਵਾਨੀ ਦੀ ਜ਼ਿਆਦਾ ਲੋੜ ਆ, ਕਿਉਂਕਿ ਜਵਾਨੀ 'ਚ ਜੋਸ਼ ਤੇ ਹੋਸ਼ ਦੋਨੋਂ ਚੀਜ਼ਾਂ ਹੁੰਦੀਆਂ ਵਾ। ਤੇ ਉਹ ਇੱਕ ਪੜ੍ਹੇ ਲਿਖੇ ਵੀ ਹੁੰਦੇ ਆ ਮੁਕਾਬਲਤਨ, ਔਰ ਜਿਹੜੀਆਂ ਗੱਲਾਂ ਬਹੁਤ ਸੌਖੇ ਤਰੀਕੇ ਨਾਲ ਉਹ ਦੱਸ ਸਕਦੇ ਆ ਲੋਕਾਂ ਨੂੰ ਵੀ ਆਹ ਚੀਜ਼ ਆਈ ਹੈ ਜੀ, ਇਹ ਸਾਡੇ ਲਈ ਬਹੁਤ ਖਤਰਨਾਕ ਆ। ਤਾਂ ਉਹਦੇ 'ਚ ਅੱਜ ਦੀ ਜਵਾਨੀ ਨੂੰ ਮਤਲਬ ਕਹਿਣਾ ਹੋਵੇ ਕਿ ਲੋਕਾਂ ਦੇ ਲੀਡਰ ਵਜੋਂ ਰੋਲ ਨਿਭਾਉਣ ਦੀ ਬਹੁਤ ਵੱਡੀ ਲੋੜ ਆ। ਇਹ ਆਰਡੀਨੈਂਸ ਕੀ ਮਤਲਬ ਇਹ ਤੋਂ ਭਾਵੇਂ ਤਾਂ ਵੱਡੇ ਆਰਡੀਨੈਂਸ ਵੀ ਆ ਜਾਣ, ਉਹਨਾਂ ਨੂੰ ਵੀ ਵਾਪਸ ਮੁੜਨਾ ਪਊਗਾ, ਕਿਉਂਕਿ ਲੋਕਾਂ ਦੀ ਕਚਹਿਰੀ ਸਭ ਤੋਂ ਵੱਡੀ ਕਚਹਿਰੀ ਹੁੰਦੀ ਤੇ ਲੋਕ ਕਾਨੂੰਨ ਸਭ ਤੋਂ ਵੱਡੇ ਕਾਨੂੰਨ। ਜਵਾਨੀ ਤੁਸੀਂ ਗੱਲ ਕਰ ਰਹੇ ਹੋ, ਜੇ 25 ਤਰੀਕ ਦੇ ਧਰਨੇ ਦੀ ਗੱਲ ਕਰੀਏ, ਸ਼ੰਭੂ ਬਾਰਡਰ ਦੀ ਬਹੁਤ ਵੱਡਾ ਧਰਨਾ ਸੀ, ਉਹਦੇ ਵਿੱਚ ਜਵਾਨੀ ਨੇ ਸ਼ਮੂਲੀਅਤ ਕੀਤੀ। ਕੱਲ ਦਾ ਫਿਰ ਉੱਥੋਂ ਅਕਾਲ ਚੈਨਲ ਦੇ ਮਾਧਿਅਮ ਸੰਗਤ ਨੇ ਵੇਖਿਆ, ਵਿਦੇਸ਼ਾਂ ਦੇ ਵਿੱਚ ਬੈਠਿਆ ਹੋਇਆ, ਕਿ ਬਹੁਤ ਵੱਡਾ ਉੱਥੇ ਨੌਜਵਾਨੀ ਦਾ ਇਕੱਠ ਸੀ। ਇੱਕ 2-2 ਘੰਟੇ ਬਾਅਦ ਉੱਥੇ ਰੋਡ ਬਲੌਕ ਕਰ ਦਿੰਦੇ ਸੀ, ਕਿਉਂਕਿ ਉੱਥੇ ਇਕੱਠ ਜਦੋਂ ਪਹੁੰਚਦੇ ਸੀ ਉਹਨਾਂ ਦੇ ਜੋਸ਼ ਸੀ। ਪਰ ਹੋਸ਼ ਨਾਲ ਕੰਮ ਲੈ ਕੇ ਜ਼ਰੂਰ ਆਵਾਜਾਈ ਟ੍ਰੈਫਿਕ ਜ਼ਰੂਰ ਤੋੜ ਦਿੱਤੀ ਜਾਂਦੀ ਸੀ, ਪਰ ਉਹ ਜੋਸ਼ ਨਾਲ ਕੰਮ ਲਿਆ ਜਾਂਦਾ ਸੀ, ਹੋਸ਼ ਨਾਲ ਵੀ ਕੰਮ ਲਿਆ ਜਾਂਦਾ ਸੀ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਨੌਜਵਾਨੀ ਪਨੀਰੀ ਤੋੜਦੀ ਆ, ਜਿਵੇਂ ਤੁਸੀਂ ਕਿਹਾ ਕਿ ਜੇ ਦਰਿਆਵਾਂ ਦੇ ਵਹਾਓ ਮੋੜ ਸਕਦੀ ਆ ਜਵਾਨੀ, ਤੇ ਆਰਡੀਨੈਂਸ ਵੀ ਵਾਪਸ ਹੋ ਸਕਦੇ, ਕਾਨੂੰਨ ਵੀ ਵਾਪਸ ਹੋ ਸਕਦੇ ਆ। ਪਰ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਟਾਈਮ ਧਰਨੇ ਲਗਾਏ ਜਾ ਰਹੇ ਆ, ਪਰ ਕੇਂਦਰ ਦੇ ਜਿਹੜੇ ਕੀ ਕੰਨਾਂ ਤੇ ਜੂ ਨਹੀਂ ਸਰ ਕਰੇ। ਉਹਦਾ ਕਾਰਨ ਇਹ ਹੈ ਜੀ ਕਿ ਕੇਂਦਰ ਸਰਕਾਰ 2014 ਦੇ ਵਿੱਚ ਹੀ ਆਪਦਾ ਇੱਕ ਪੋਲੀਟੀਕਲ ਏਜੰਡਾ ਲਿਆਈ ਸੀ ਵੀ ਆਪਾਂ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ, ਹਿੰਦੁਸਤਾਨ ਸਾਡੇ ਦੇਸ਼ ਦਾ ਨਾਮ ਹੋਊਗਾ, ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੋਊਗੀ, ਮਤਲਬ ਇੱਕ ਦੇਸ਼, ਇੱਕ ਮੰਤਰੀ, ਇੱਕ ਮੰਡੀ, ਇਹ ਸਾਰਾ ਕੁਝ ਹੋਊਗਾ ਨਾ, ਸਾਰਾ ਕੁਝ ਇੱਕ ਇੱਕ ਕਰਨਾ ਹੈਗਾ। ਤਾਂ ਉਹਦੇ 'ਚ ਹੀ ਮੋਦੀ ਸਰਕਾਰ ਪਿੱਛੇ ਨਹੀਂ ਹਟਣਾ ਚਾਹੁੰਦੀ, ਕਿਉਂਕਿ ਇਕੱਲਾ ਆਰਡੀਨੈਂਸ ਦਾ ਮਸਲਾ ਨਹੀਂ ਹੈ, ਇਹ ਕਿਸਾਨੀ ਨੂੰ ਤਬਾਹ ਕਰਨ ਦਾ ਮਸਲਾ ਵਾ। ਕਿਉਂਕਿ ਜੇ ਉਹ ਲੋਕਾਂ ਨੂੰ ਤਬਾਹ ਕਰਨਗੇ ਤਾਂ ਹੀ ਆਪਦੀ ਗੱਲ ਮਨਵਾ ਸਕਦੇ ਆ। ਮਤਲਬ ਸਿੱਧੇ ਰੂਪ 'ਚ ਕਹਿਣਾ ਵੀ ਗੁਲਾਮ ਬਣਾਉਣਾ ਚਾਹੁੰਦੇ ਆ ਉਹ ਕਿਸਾਨਾਂ ਨੂੰ।
ਆਪਣੇ, ਔਰ ਇਸ ਕਰਕੇ ਉਹ ਪਿੱਛੇ ਨਹੀਂ ਹਟਣਾ ਚਾਹੂਗੀ। ਤੇ ਜੇ ਹੁਣ ਉਹ ਪਿੱਛੇ ਹਟਦੀ ਹੈ ਤੇ ਸਿੱਧਾ ਮਤਲਬ ਆ ਕਿ ਉਹਨਾਂ ਦੀ ਤੈਅ ਹੈ, ਉਹਨਾਂ ਦੀ ਮੌਤ ਤੈਅ ਹੈ ਉਹਨਾਂ ਦੀ, ਕਿਉਂ ਮਤਲਬ ਕਹਿਣਾ ਹੋਵੇ ਵੀ ਉਹ ਪੋਲਿਟਿਕਸ 'ਚੋਂ ਬਾਹਰ ਹੋਣਾ ਪੈ ਸਕਦਾ ਉਹਨਾਂ ਨੂੰ। ਇਸ ਕਰਕੇ ਹੁਣ ਇਹ ਤਾਂ ਨਹੀਂ ਹੈ ਕਿ ਉਹ ਪਿੱਛੇ ਹਟੂਗੀ, ਇਸੇ ਕਰਕੇ ਉਹ ਅੰਨ੍ਹੇਵਾਹ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਲਾਗੂ ਕਰ ਰਹੀ ਆ। ਘਰਾਣਿਆਂ ਨੂੰ ਫਾਇਦਾ ਦੇਣ ਦੀ ਖਾਤਰ ਜੇ ਆਪਾਂ ਕਰਦੇ ਆ ਗੱਲ, ਕਿਸਾਨ ਦੀ ਗੱਲ ਹੁੰਦੀ ਹੈ ਕਿ ਇਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ। ਕਰਜ਼ਾ ਤਾਂ ਨਹੀਂ ਮਾਫ ਹੁੰਦਾ, ਪਰ ਵੱਡੇ ਘਰਾਣੇ ਦਾ ਕਰੋੜਾਂ ਰੁਪਈਆ ਮਾਫ ਹੋ ਜਾਂਦਾ ਵਾ। ਮਾਲੀਆ ਅੱਗੇ ਬਾਹਰ ਭੱਜ ਜਾਂਦੇ ਆ, ਉਹ ਪਤਾ ਨਹੀਂ ਕਿੰਨੇ ਪਿੰਡ ਉਸ ਪੈਸੇ ਨਾਲ ਖਾ ਸਕਦੇ ਸੀ, ਕਰਜ਼ੇ ਮਾਫੀ ਹੋ ਸਕਦੀ, ਪਰ ਉਹ ਬਾਹਰ ਚਲੇ ਜਾਂਦੇ ਆ, ਕੋਈ ਕਾਰਵਾਈ ਨਹੀਂ ਹੁੰਦੀ। ਇੱਥੋਂ ਅਡਾਨੀ ਅੰਬਾਨੀ ਵਰਗਿਆਂ ਦਾ ਬਹੁਤ ਵੱਡੇ ਪੱਧਰ ਤੇ ਕਰਜ਼ਾ ਮਾਫ ਕਰ ਦਿੱਤਾ ਜਾਂਦਾ ਵਾ, ਪਰ ਜੋ ਕਿਸਾਨ ਸੜਕਾਂ ਤੇ ਆ ਫਾਹੇ ਲੈ ਲੈਂਦਾ ਵਾ, ਪਰ ਉਹਦਾ 1 ਰੁਪਈਆ ਤੱਕ ਮਾਫ ਨਹੀਂ ਹੁੰਦਾ। ਕੁਝ ਪਰਸੈਂਟ ਮਾਫ ਦੀ ਗੱਲ ਕੀਤੀ ਜਾ ਰਹੀ ਆ, ਭਾਵੇਂ ਉਹ ਕੇਂਦਰ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ, ਪਰ ਜਦੋਂ ਮਾਫੀ ਦੀ ਗੱਲ ਆਉਂਦੀ ਹੈ ਸ਼ਾਇਦ ਕੰਨੀ ਕਤਰਾ ਲਈ ਜਾਂਦੀ। ਬਿਲਕੁਲ ਜੀ, ਕਿਉਂਕਿ ਮੈਂ ਉਹੀ ਗੱਲ ਕੀਤੀ ਸੀ ਵੀ ਅਸਲ ਦੇ ਵਿੱਚ ਮੋਦੀ ਸਰਕਾਰ ਆਪਣੇ ਆਪ 'ਚ ਕੁਝ ਨਹੀਂ ਹੈ। ਸਾਡੇ ਦੇਸ਼ ਨੂੰ ਇਹ ਕਾਰਪੋਰੇਟ ਸੈਕਟਰ ਚਲਾ ਰਿਹਾ ਵਾ, ਔਰ ਇਹ ਕਾਰਪੋਰੇਟ ਸੈਕਟਰ ਦੇ ਵਿੱਚ ਅੰਬਾਨੀ, ਅਡਾਨੀ, ਜਿੰਦਲ, ਮਿੱਤਲ, ਇਹ ਪਤਾ ਨਹੀਂ ਕਿੰਨੇ ਕਾ ਜਿਨ੍ਹਾਂ ਕੋਲੇ ਕਰੋੜਾਂ ਦੀ ਜਾਇਦਾਦ ਆ, ਕਰੋੜਾਂ ਕੀ ਅਰਬਾਂ ਦੀ ਜਾਇਦਾਦ ਆ, ਔਰ ਇਹੀ ਸਾਡੇ ਦੇਸ਼ ਨੂੰ ਚਲਾ ਰਹੇ ਨੇ। ਤੇ ਹੁਣ ਉਹੀ ਫੈਸਲਾ ਕਰ ਰਹੇ ਆ ਨਾ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਲੈਣੀ ਆ, ਕਾਰਪੋਰੇਟ ਸੈਕਟਰ ਨੇ ਲੈਣੀ ਆ। ਇਸੇ ਕਰਕੇ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਇਹਨਾਂ ਨੂੰ ਨੁਕਸਾਨ ਪਹੁੰਚਾਈਏ, ਔਰ ਇਸੇ ਕਰਕੇ ਉਹ ਕਿਸਾਨੀ ਨੂੰ ਹੀ ਨੁਕਸਾਨ ਪਹੁੰਚਾਉਣ ਤੇ ਲੱਗੇ ਆ। ਔਰ ਰਹੀ ਗੱਲ ਜਿਹੜੀ ਦੇਸ਼ ਚਲਾਉਣ ਦੀ, ਉਹ ਇਹਨਾਂ ਕਾਰਪੋਰੇਟ ਸੈਕਟਰ ਤੋਂ ਹੀ ਕਰਜ਼ੇ ਲੈ ਕੇ ਸਾਡੇ ਦੇਸ਼ ਨੂੰ ਚਲਾ ਰਹੇ ਆ। ਇਸੇ ਕਰਕੇ ਕਾਰਪੋਰੇਟ ਸੈਕਟਰ ਨੂੰ ਕਿਸੇ ਗੱਲ ਲਈ ਮਨਾ ਨਹੀਂ ਕਰਦੇ ਉਹ, ਔਰ ਉਹ ਤੇ ਮਤਲਬ ਮਾੜੀ ਜਿਹੀ ਧਮਕੀ ਵੀ ਦਿੰਦੇ ਆ, ਮੋਦੀ ਮੂਹਰੇ ਲੰਮਾ ਪੈ ਜਾਂਦਾ ਉਹਨਾਂ ਦੇ। ਇਸ ਕਰਕੇ ਕਾਰਪੋਰੇਟ ਸੈਕਟਰ ਹੀ ਅੱਜ ਸਾਡੇ ਦੇਸ਼ ਨੂੰ ਚਲਾ ਰਿਹਾ। ਮੋਦੀ ਨੇ ਗੱਲ ਬੋਲੀ ਸੀਗੀ, ਕਹਿੰਦਾ ਮੈਂ ਖੁੱਲੀ ਮੰਡੀ ਬਣਾ ਰਿਹਾ ਵਾਂ, ਇਹਦੇ ਨਾਲ ਜਿਹੜਾ ਵਿਚੋਲਾ ਖਤਮ ਹੋ ਜਾਊਗਾ, ਮਤਲਬ ਆੜਤੀਆ ਖਤਮ ਹੋ ਜਾਊਗਾ ਨਾ, ਕਿਉਂਕਿ ਲੋੜ ਪੈਣ ਤੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਕਦੇ ਵੀ ਇਹਨਾਂ ਤੋਂ ਪੈਸੇ ਲੈ ਲੈਂਦੇ ਆ, ਜਦ ਕਿ ਹੋਰ ਮੰਡੀਆਂ ਥੋੜੀ ਦਿੰਦੀਆਂ ਉਹਨਾਂ ਨੂੰ ਲੋੜ ਪੈਣ ਤੇ। ਕਿਸੇ ਨੂੰ ਮਰਗ ਹੋ ਗਈ, ਕੋਈ ਭੋਗ ਆ, ਕੋਈ ਵਿਆਹ, ਕਿਸੇ ਵੀ ਕਿਸਮ ਦੇ ਪੈਸੇ ਚਾਹੀਦੇ ਆ, ਕਿਸੇ ਦੇ ATM 'ਚ ਪੈਸੇ ਨਹੀਂ ਹੁੰਦੇ ਉਸ ਸਮੇਂ। ਤਾਂ ਇਸ ਕਰਕੇ ਉਹ ਕਾਰਪੋਰੇਟ ਹੀ ਉਹਨਾਂ ਨੂੰ ਪੈਸੇ ਦਿੰਦਾ ਵਾ। ਤੇ ਉਹਨੇ ਕਿਹਾ ਵੀ ਮੈਂ ਖੁੱਲੀ ਮੰਡੀ ਖੋਲ ਕੇ ਜਿਹੜੀ ਇਹ ਵਿਚੋਲੇ ਦਾ ਕੰਮ ਖਤਮ ਕਰ ਰਿਹਾ। ਤੇ ਮੋਦੀ ਸਾਹਿਬ ਨੂੰ ਪੁੱਛਣ ਵਾਲਾ ਹੋਵੇ, ਤੂੰ ਵੀ ਇੱਕ ਵਿਚੋਲੇ ਦਾ ਕੰਮ ਕਰ ਰਿਹਾ, ਕਿਉਂਕਿ ਦੇਸ਼ ਨੂੰ ਤੇ ਕਾਰਪੋਰੇਟ ਚਲਾ ਰਿਹਾ, ਸਰਕਾਰ ਤੇ ਚਲਾ ਹੀ ਨਹੀਂ ਰਹੀ। ਫਿਰ ਸਰਕਾਰ ਵੀ ਇੱਕ ਵਿਚੋਲੇ ਦਾ ਕੰਮ ਕਰ ਰਹੀ ਆ, ਤੇ ਸਰਕਾਰ ਹਟ ਜਾਵੇ ਆਪੇ ਕਾਰਪੋਰੇਟ ਤੇ ਕਰ ਦੇਣੇ ਚਾਹੀਦੇ ਸਾਰੇ, ਬਿਲਕੁਲ ਸਾਈਡ ਤੇ ਕਰ ਦੇਣੇ ਚਾਹੀਦੇ। ਤੇ ਸਭ ਤੋਂ ਵੱਡੇ ਵਿਚੋਲੇ ਆ, ਮਤਲਬ ਕਹਿਣਾ ਹੋਵੇ ਵੀ ਇਹਨੇ ਆਪਣੇ ਆਪ ਜਿਹੜਾ ਵਿਚੋਲਿਆਂ ਦੀ ਗੱਲ ਕਰ ਰਿਹਾ ਤਾਂ ਰੂਪ ਤੇ ਖੁਦ ਦਾ ਹੀ ਨੰਗਾ ਹੋ ਰਿਹਾ ਵੀ ਮੈਂ ਖੁਦ ਵੀ ਇੱਕ ਵੱਡਾ ਵਿਚੋਲਾ ਵਾਂ, ਪਰ ਮੈਂ ਕਾਰਪੋਰੇਟ ਸੈਕਟਰ ਦਾ ਵਿਚੋਲਾ ਹਾਂ। ਸ਼ਵੇਤ ਮਲਿਕ ਦੇ ਘਰ ਦਾ ਘਰਾਓ ਕੀਤਾ ਵਾ ਤੇ ਅੱਜ 5ਵਾਂ ਦਿਨ ਹੋ ਚੁੱਕਾ ਹੈ। ਇੱਥੇ 7 ਤਰੀਕ ਤੱਕ ਦਾ ਘਰਾਓ ਦੀ ਗੱਲ ਸੀ, ਅਗਲੀ ਰੂਪਰੇਖਾ ਕਿਹੋ ਜਿਹੀ ਹੋ ਸਕਦੀ? ਦੇਖੋ ਜੀ, ਇਹ 7 ਤਰੀਕ ਨੂੰ ਕਿਹਾ ਸੀ ਕਿ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਏਗੀ, ਕਿਉਂਕਿ ਕਹਿੰਦੇ ਹੁੰਦੇ ਵੀ ਫੌਜਾਂ ਉਹੀ ਜਿੱਤਦੀਆਂ ਜਿਹੜੀਆਂ ਆਪਣੇ ਜਰਨੈਲ ਦੇ ਆਖੇ ਲੱਗਦੀਆਂ ਵਾ। 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਕਿਉਂਕਿ ਹੱਲਾ ਬਹੁਤ ਵੱਡਾ, ਛੋਟਾ ਨਹੀਂ, ਇਹਨੂੰ ਕੱਲਾ ਬੰਦਾ ਨਹੀਂ ਲੜ ਸਕਦਾ। ਔਰ ਇਸ ਕਿਉਂਕਿ 1 ਅਕਤੂਬਰ ਤੋਂ ਲੈ ਕੇ 7 ਤੱਕ ਇਹ ਕਿਹਾ ਸੀ ਵੀ ਰੇਲਾਂ ਰੋਕੀਆਂ ਜਾਣਗੀਆਂ, ਕਿਉਂਕਿ ਇਹਨਾਂ ਦੇ ਵਿੱਚ ਵੀ ਅੰਬਾਨੀਆਂ ਅਡਾਨੀਆਂ ਦਾ ਹੀ ਮਾਲ ਆ ਰਿਹਾ ਵਾ। 1 ਤਰੀਕ ਤੋਂ ਉਹਨਾਂ ਨੇ ਚਲਾਉਣੀਆਂ ਸੀ, ਇਸ ਕਰਕੇ ਰੇਲਾਂ ਰੋਕੀਆਂ ਗਈਆਂ। ਪਰ ਆਉਣ ਵਾਲੇ ਸਮੇਂ 'ਚ ਸੰਘਰਸ਼ ਦਾ ਕੋਈ ਤਿੱਖਾ ਰੂਪ ਵੀ ਹੋ ਸਕਦਾ, ਪਰ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਕਦਮ ਸਾਰਾ ਕੁਝ ਕਰ ਲਈਏ, ਕਿਉਂਕਿ ਲੰਬੀ ਲੜਾਈ ਹੈ ਤੇ ਸਟੈਪ ਬਾਏ ਸਟੈਪ ਹੀ ਇਹਨੂੰ ਲੜਿਆ ਜਾ ਸਕਦਾ ਵਾ। ਔਰ ਹੁਣ ਇਸ ਲੜਾਈ ਨੂੰ ਤਾਰ ਪੀੜੋ ਕਰਨ ਵਾਸਤੇ ਸਰਕਾਰ ਰੋਜ਼ ਨਵਾਂ ਕੁਝ ਲਿਆ ਰਹੀ ਆ। ਕਦੇ ਅਕਾਲੀ ਆਪਦਾ ਵੱਖਰਾ ਧਰਨਾ ਲਾ ਲੈਂਦੇ ਆ, ਕਦੇ ਕਾਂਗਰਸੀ ਆਪਣਾ ਵੱਖਰਾ ਧਰਨਾ ਲਾ ਲੈਂਦੇ ਆ, ਕਦੇ ਮਤਲਬ ਜਿਹੜੇ ਬਹੁਤ ਕੁਝ ਕਲਾਕਾਰ ਵੀ ਹੁਣ ਆਪਣੀ ਅਲੱਗ ਡਫਲੀ ਵਜਾਉਣ ਲੱਗੇ। ਜਿਹੜੀ ਤੁਸੀਂ ਸ਼ੰਭੂ ਬਾਰਡਰ ਦੀ ਵੀ ਗੱਲ ਕੀਤੀ ਆ, ਉਹ 'ਚ ਦੀਪ ਸਿੱਧੂ ਨੇ ਵੱਖਰਾ ਕੀਤਾ, ਬਾਕੀ ਕਲਾਕਾਰ ਤਾਂ ਬੈਠੇ ਧਰਨੇ ਦੇ ਵਿੱਚ, ਪਰ ਉਹਨੇ ਵੱਖਰੀ ਡਫਲੀ ਕਿਵੇਂ ਕਹਿ ਸਕਦੇ ਹੋ ਤੁਸੀਂ? ਕਿਉਂਕਿ ਉਹ ਆਈਟਮ ਤੁਹਾਡਾ, ਉਹ ਕਹਿ ਰਿਹਾ ਕਿ ਕਿਸਾਨ ਯੂਨੀਅਨ ਦੀ ਆਵਾਜ਼ ਅਸੀਂ ਚੱਕ ਰਹੇ ਹਾਂ, ਫਿਰ ਉਹ ਕਿਸੇ ਨੇ ਤੁਹਾਡੇ ਤੋਂ ਮੁੱਖ ਮੋੜਨਗੇ ਉਹ ਵੀ। ਉਹਦਾ ਕਾਰਨ ਇਹ ਹੈ ਜੀ, ਕਿਉਂਕਿ ਜਦੋਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਆ 31 ਜਥੇਬੰਦੀਆਂ ਦੀ, ਤਾਂ ਉਹਦੇ ਵਿੱਚ ਕਲਾਕਾਰਾਂ ਨੇ ਕਿਹਾ ਸੀਗਾ ਕਿ ਸਾਡੀ ਇੱਕ ਮੀਟਿੰਗ ਕੀਤੀ ਜਾਵੇ, ਅਸੀਂ ਕਿਸਾਨ ਜਥੇਬੰਦੀ ਦੀ ਅਗਵਾਈ 'ਚ ਅਗਲਾ ਜਿਹੜਾ ਕੰਮ ਕਰਾਂਗੇ, ਜੋ ਕਿਸਾਨ ਜਥੇਬੰਦੀ ਸਾਨੂੰ ਕਹੂਗੀ ਵੀ ਆਪਣਾ ਅਗਲਾ ਸਟੈਪ ਅਸੀਂ ਉਹੀ ਕਰਾਂਗੇ। ਤੇ ਉਸੇ ਹੀ ਮਤਲਬ ਦੀਪ ਸਿੱਧੂ ਨੇ ਬਾਕੀ 7 ਕਲਾਕਾਰਾਂ ਤੋਂ ਜਿਹੜੀ ਪ੍ਰੈਸ ਕਾਨਫਰੰਸ ਕਰਵਾਈ, ਉਹ 'ਚ ਕਿਹਾ ਗਿਆ, ਸਾਰੀਆਂ ਵੀਡੀਓਜ਼ ਪਈਆਂ ਨੇ। ਔਰ ਉਸ ਤੋਂ ਬਾਅਦ ਜਦੋਂ ਰੇਲ ਰੋਕੋ ਵਾਲਾ ਹੈ, ਉਹਨਾਂ ਕਿਸੇ ਪ੍ਰੋਟੈਸਟ 'ਚ ਦੀਪ ਸਿੱਧੂ ਨਹੀਂ ਗਿਆ। ਤੇ 3 ਤਰੀਕ ਨੂੰ ਉਹ ਅਨਾਉਂਸ ਕਰ ਦਿੰਦਾ ਕਿ ਅਸੀਂ ਸ਼ੰਭੂ ਬਾਰਡਰ ਤੇ ਵੱਖਰਾ ਆਪਣਾ ਪ੍ਰੋਟੈਸਟ ਕਰਨਾ। ਮੈਨੂੰ ਕਿਸਾਨ ਜਥੇਬੰਦੀਆਂ ਤੇ ਭਰੋਸਾ ਨਹੀਂ ਹੈ, ਇਹ ਅੰਦਰ ਖਾਤੇ ਮੀਟਿੰਗ ਕਰਕੇ ਆ ਗਈਆਂ, ਟੇਬਲ ਤੇ ਬੈਠ ਕੇ ਆ ਗਈਆਂ, ਕਿਸਾਨ ਜਥੇਬੰਦੀਆਂ ਵਿਕ ਗਈਆਂ। ਸੱਚਾਈ ਵੀ ਹੈਗੀ ਸੀ, ਤੁਸੀਂ ਇਸ ਚੀਜ਼ ਨੂੰ ਮੰਨਦੇ? ਕਿਤੇ ਵਿਕ ਵੀ ਜਾਂਦੀਆਂ ਸੀ ਕਿਸਾਨ ਜਥੇਬੰਦੀਆਂ ਸਾਡੀਆਂ, ਕੁਝ ਲੀਡਰ ਵਿਕਾਊ ਵੀ ਹੈਗੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਨਾ ਮੈਂ ਦੀਪ ਸਿੱਧੂ ਪੱਕ ਪੂਰ ਰਿਹਾ, ਨਾ ਇੱਥੇ ਆਪਾਂ ਕਿਸਾਨ ਜਥੇਬੰਦੀ ਦੀ ਗੱਲ ਕਰੀਏ। ਅੱਜ ਤੋਂ ਪਿੱਛੇ ਸਾਡੇ ਨਾਲ ਬਹੁਤ ਕੁਝ ਹੋਇਆ, ਸਾਡੇ ਲੀਡਰ ਉਹ ਵੀ ਵਿਕੇ, ਸਾਡੀਆਂ ਚਿੱਟੀਆਂ ਪੱਗਾਂ ਵਾਲੇ ਵਿਕੇ, ਸਾਡੇ ਨੀਲੀਆਂ ਵਾਲੇ ਵਿਕੇ, ਕਿਤੇ ਨਾ ਕਿਤੇ ਹਰੀਆਂ ਪੱਗਾਂ ਵਾਲੇ ਲੀਡਰ ਵੀ ਵਿਕੇ ਆ। ਦੇਖੋ ਜੀ, ਜਿਵੇਂ ਨਾ ਸਾਡੀ ਸੋਸਾਇਟੀ ਸਾਰਾ ਕੁਝ ਦੋ ਹੁੰਦਾ ਨਾ, ਜੇ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਵੀ ਲੜਾਈ ਲੜੀ, ਗੱਦਾਰ ਤੇ ਉਹਨਾਂ ਨਾਲ ਵੀ ਸੀਗੇ, ਠੀਕ ਹੈ। ਹਰ ਕਿਸੇ ਮਸਲੇ 'ਚ ਹੋ ਸਕਦੇ ਆ, ਅਸੀਂ ਨਹੀਂ ਕਹਿੰਦੇ ਨਹੀਂ ਹੋਣਗੇ, ਪਰ ਹੁਣ ਜੇ ਅਸੀਂ ਕਹੀਏ ਪਹਿਲਾਂ ਦੀ ਗੱਲ ਕਰਦੇ ਸੀ, ਉਹ ਪਹਿਲਾਂ ਦੀ ਸੀ। ਪਰ ਅੱਜ 31 ਜਥੇਬੰਦੀਆਂ ਇਕੱਠੀਆਂ, ਤੁਸੀਂ ਅੱਜ ਇਹਨਾਂ ਨੂੰ ਕਹੋਗੇ ਹਾਲੇ ਇਹਨਾਂ ਦੇ ਕਿਸੇ ਸੰਘਰਸ਼ ਦੇ ਸਿੱਟੇ ਤੇ ਨਹੀਂ ਅਸੀਂ ਪਹੁੰਚ ਪਾਏ, ਕੋਈ ਨਤੀਜਾ ਨਿਕਲਿਆ ਨਹੀਂ, ਇਸ ਕਰਕੇ ਅਸੀਂ ਪਹਿਲਾਂ ਹੀ ਇਹ ਕਿੱਦਾਂ ਕਹਿ ਦਈਏ ਕਿ ਤੇ ਵਿਕ ਚੁੱਕੀਆਂ। ਜੇ ਵਿਕ ਚੁੱਕੀਆਂ ਹੁੰਦੀਆਂ ਫਿਰ ਧਰਨੇ ਥੋੜੀ ਲਾਉਣੇ ਸੀਗੇ ਉਹਨਾਂ ਨੇ, ਕਿਉਂਕਿ ਜਥੇਬੰਦੀਆਂ ਦੀ ਗੱਲ ਕਹਿ ਰਹੇ, ਕੁਝ ਲੀਡਰਾਂ ਦੀ ਗੱਲ ਕਰ ਰਹੇ ਆ ਆਪਾਂ ਵੀ, ਕੁਝ ਲੀਡਰਾਂ ਦੀ
ਉਹ ਵੀ ਪਹਿਲਿਆਂ ਦੀ, ਨਾ ਕਿ ਹੁਣ ਦੀ, ਅੱਜ ਦੀ ਗੱਲ ਨਹੀਂ ਕਰ ਰਹੇ। ਅੱਜ ਸਤਿਕਾਰ ਆ ਸਾਰੀਆਂ, ਕਿਉਂਕਿ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਬਾਹਰ ਆ। ਤੁਸੀਂ ਟ੍ਰੇਨਾਂ ਦੀ ਗੱਲ ਹੋ, ਟ੍ਰੇਨਾਂ ਰੋਕੀਆਂ ਪਈਆਂ ਵਾ, ਜਿੱਥੇ ਆਵਾਜ਼ ਦਿੱਤੀ ਜਾਂਦੀ ਬੱਸਾਂ ਰੋਕ ਦਿੱਤੀਆਂ ਜਾਂਦੀਆਂ ਵਾ। ਪੰਜਾਬ ਬੰਦ ਦੀ ਕਾਲ ਦਿੱਤੀ ਗਈ 25 ਤਰੀਕ ਨੂੰ, ਕੇਵਲ ਕਿਸਾਨ ਜਥੇਬੰਦੀਆਂ ਨਹੀਂ, ਦੁਕਾਨਦਾਰ ਭਰਾਵਾਂ ਨੇ ਬਹੁਤ ਵੱਡਾ ਸਾਥ ਦਿੱਤਾ, ਟਰਾਂਸਪੋਰਟਾਂ ਨੇ ਬਹੁਤ ਵੱਡਾ ਸਾਥ ਦਿੱਤਾ, ਹਰ ਇੱਕ ਪਾਸੇ ਉਹ ਪੰਜਾਬ ਬੰਦ ਨੂੰ ਕਰਨ ਦੇ ਵਿੱਚ ਵੱਡਾ ਸਹਿਯੋਗ ਦਿੱਤਾ ਸੀ। ਤੁਸੀਂ ਉਹਨਾਂ ਕੀਤੀ ਕਲਾਕਾਰ ਭਰਾਵਾਂ ਦੀ ਗੱਲ, ਕਲਾਕਾਰ ਭਰਾ ਤੁਹਾਡੇ ਕੋਲ ਅੱਜ ਹਰਫ ਚੀਮਾ ਜੀ ਬੈਠੇ ਹੈਗੇ ਆ, ਦੀਪ ਸਿੱਧੂ ਨੂੰ ਤੁਸੀਂ ਕੋਸ ਰਹੇ ਹੋ ਕਿ ਦੀਪ ਸਿੱਧੂ ਇੱਕ ਵੱਖਰੀ ਡਫਲੀ ਵਜਾ ਰਹੇ। ਮੈਂ ਉਹੀ ਗੱਲ ਕਰ ਰਹੀ ਹਾਂ ਨਾ ਵੀ ਜਿਹੜੇ ਤਾਂ ਕਿਸਾਨ ਹਤੈਸ਼ੀ ਆ, ਪੱਖੀ ਨੇ, ਉਹ ਤੇ ਬੈਠੇ ਆ ਧਰਨੇ ਦੇ ਵਿੱਚ। ਮਤਲਬ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਦੇਖੋ ਪ੍ਰੈਸ ਕਾਨਫਰੰਸ ਉਸ ਦਿਨ ਇਕੱਠੀ ਹੋਈ ਆ, 7 ਮੈਂਬਰੀ ਕਮੇਟੀ ਬਣੀ ਆ ਕਿ 7 ਕਲਾਕਾਰ ਨੇ, 7 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੀਗੇ ਕਿ ਕਿਸਾਨ ਜਥੇਬੰਦੀਆਂ ਜਿਹੜਾ ਕੁਝ ਕਹਿਣਗੀਆਂ ਤੈਅ ਕਰਨਗੀਆਂ, ਅਸੀਂ ਉਹ ਬਾਕੀ ਕਲਾਕਾਰਾਂ ਨੂੰ ਸੁਨੇਹਾ ਲਾਇਆ ਕਰਾਂਗੇ ਤੇ ਉਹੀ ਅੱਗੇ ਐਕਸ਼ਨ ਕਰਾਂਗੇ। ਵੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇੱਕ ਕਲਾਕਾਰ ਵੱਖਰਾ, ਬਾਕੀ ਕਲਾਕਾਰ ਸਾਰੇ ਨਾਲ ਖੜੇ ਆ ਕਿਸਾਨੀ ਦੇ, ਤੇ ਬਾਕੀ ਕਲਾਕਾਰ ਨਹੀਂ ਉੱਥੇ ਗਏ ਕਿਉਂਕਿ ਉਸ ਇਕੱਲੇ ਬੰਦੇ ਨੇ ਇਦਾਂ ਕਹਿ ਦਿੱਤਾ। ਤੇ ਉਹ ਜੇ ਚਲੋ ਠੀਕ ਆ, ਨਹੀਂ ਕਿਸੇ ਜਥੇਬੰਦੀ ਤੇ ਭਰੋਸਾ ਹੈਗਾ, ਤੁਸੀਂ ਨਾ ਆਓ। ਵੱਖਰਾ ਨਹੀਂ ਕਰਨ ਦਾ ਮਤਲਬ, ਕਿਉਂਕਿ ਤੁਸੀਂ ਪ੍ਰੈਸ ਕਾਨਫਰੰਸ ਕਰਵਾਈ ਹੈ, ਤੁਸੀਂ ਆਪਣੇ ਬਿਆਨ ਤੇ ਖੜੇ ਰਹਿ ਜਾਓ ਨਾ। ਫਿਰ ਉਹਨੇ ਇਹੀ ਕਹਿਤਾ ਵੀ ਕਮਰਿਆਂ 'ਚ ਮੀਟਿੰਗਾਂ ਨਹੀਂ ਹੁੰਦੀਆਂ। ਪਹਿਲੀ ਗੱਲ ਜੀ, ਜਿਹੜੀ ਲੰਬੀ ਮੀਟਿੰਗ ਚੱਲਣੀ ਹੋਵੇ ਨਾ, ਉਹ ਕਦੇ ਵੀ ਖੁੱਲ੍ਹੇ 'ਚ ਹੋ ਹੀ ਨਹੀਂ ਸਕਦੀ। ਹੁਣ ਤੁਸੀਂ ਮੇਰੀ ਬਾਈਟ ਲੈ ਰਹੇ ਹੋ, ਲੋਕ ਤੇ ਹੁਣ ਅੱਡੋ ਅੱਡੀ ਫਿਰਦੇ ਆ, ਕੋਈ ਉੱਥੇ ਆ ਕੋਈ ਉੱਥੇ ਆ, ਕੋਈ ਬੰਦਾ ਕਿੱਦਾਂ ਕਿਸੇ ਸਿੱਟੇ ਤੇ ਪਹੁੰਚ ਜੂਗਾ ਨਾ। ਹਾਂ ਠੀਕ ਹੈ, ਕਿਸਾਨ ਜਥੇਬੰਦੀਆਂ ਮੀਟਿੰਗ ਕਰਕੇ ਆਉਂਦੀਆਂ, ਉਹ ਬਾਹਰ ਆ ਕੇ ਦੱਸਦੀਆਂ ਵੀ ਆਹ ਫੈਸਲਾ ਹੋਇਆ। ਜੇ ਲੋਕਾਂ ਨੂੰ ਨਹੀਂ ਸਹਿਮਤੀ, ਲੋਕ ਉੱਥੇ ਹੀ ਕਹਿ ਦਿੰਦੇ ਆ ਵੀ ਅਸੀਂ ਸਹਿਮਤ ਨਹੀਂ ਹੈਗੇ ਤੁਹਾਡੇ ਫੈਸਲੇ ਨਾਲ। ਜੇ ਤੁਸੀਂ ਉਸ ਦਿਨ ਸਹਿਮਤ ਨਹੀਂ ਸੀਗੇ, ਉੱਦਾਂ ਹੀ ਕਹਿ ਦੇਣਾ ਚਾਹੀਦਾ ਸੀ ਉਹਨਾਂ ਨੂੰ ਵੀ ਅਸੀਂ ਕਿਸਾਨ ਜਥੇਬੰਦੀ ਦੇ ਨਾਲ ਨਹੀਂ ਹੈਗੇ, ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ। ਪਰ ਕਹਿ ਕੇ 2 ਦਿਨਾਂ ਬਾਅਦ ਵੱਖਰਾ ਲਾ ਲੈਣਾ, ਇਹ ਚੀਜ਼ ਗਲਤ ਹੈ ਜੀ। ਕੱਲ ਸਾਰਾ ਦਿਨ ਅਕਾਲ ਚਲਣ ਦੇ ਮਾਧਿਅਮ ਰਾਹੀਂ ਵਿਦੇਸ਼ਾਂ ਦੀ ਸੰਗਤ ਨੇ ਦੇਖਿਆ ਉੱਥੇ ਜੋ ਵੀ ਹੋਇਆ, ਦੀਪ ਸਿੱਧੂ ਵੱਲੋਂ ਕੀਤਾ ਗਿਆ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਗਿਆ, ਗੁਰੂ ਸਾਹਿਬ ਦਾ ਨਾਮ ਜਪਿਆ ਗਿਆ, ਉੱਥੇ ਅਰਦਾਸ ਬੇਨਤੀ ਕੀਤੀ ਜਾਂਦੀ ਆ, ਕੀਰਤਨ ਹੁੰਦਾ ਵਾ, ਉਸ ਤੋਂ ਬਾਅਦ 'ਚ ਆਰੰਭਤਾ ਹੁੰਦੀ ਆ, ਤੇ ਉਹਦੇ ਵਿੱਚ ਕੇਵਲ ਇੱਕੋ ਹੀ ਗੱਲ ਕੀਤੀ ਜਾਂਦੀ ਕਿਸਾਨੀ ਵਾਸਤੇ ਹੀ। ਜਿਵੇਂ ਹੁਣ ਤੁਸੀਂ ਕਿਹਾ ਕਿ ਡਫਲੀ ਵੱਖੋ ਵੱਖਰੀ ਵਜਾਈ ਜਾ ਰਹੀ ਆ, ਪਰ ਗੱਲ ਕਿਸਾਨੀ ਦੀ ਹੋ ਰਹੀ ਆ। ਤੁਹਾਡੇ ਵੱਲੋਂ ਕੋਈ ਪਹਿਲ ਕੀਤੀ ਗਈ ਕਿ ਦੀਪ ਸਿੱਧੂ ਜਾਂ ਉਹਦੀ ਪਾਰਟੀ ਦੇ ਨਾਲ ਜਾਂ ਸਾਰੀ ਟੀਮ ਦੇ ਨਾਲ ਬੈਠ ਕੇ ਫਿਰ ਵਿਚਾਰ ਵਟਾਂਦਰਾ ਹੋਵੇ ਕਿ ਸਾਰੇ ਇਕਮੁੱਠ ਹੋ ਜਾਣ, ਕਿਉਂਕਿ ਲੜਾਈਆਂ ਵੱਖੋ ਵੱਖਰੀ ਨਹੀਂ ਲੜੀਆਂ ਜਾ ਸਕਦੀਆਂ। ਜੇ ਸ਼ੰਭੂ ਮੋਰਚੇ ਦੀ ਗੱਲ ਕਰੀਏ ਤਾਂ ਅਕਾਲੀ ਦਲ ਅੰਮ੍ਰਿਤਸਰ ਨੇ ਵੱਖਰਾ ਉੱਥੇ ਧਰਨਾ ਲਾਇਆ, ਤੇ ਥੋੜੀ ਦੂਰ ਦੀਪ ਸਿੱਧੂ ਨੇ ਧਰਨਾ ਲਾਇਆ ਵਾ, 2 ਧਰਨੇ ਉੱਥੇ ਵੀ ਆ। ਅਸੀਂ ਤਾਂ ਜੀ ਪਹਿਲਾਂ ਹੀ ਸਪਸ਼ਟ ਕੀਤਾ ਵੀ ਜਿਹੜੀਆਂ ਵੀ ਆਰਗੇਨਾਈਜੇਸ਼ਨ ਵੱਖਰਾ ਕਰ ਰਹੀਆਂ, ਇਹਦਾ ਮਤਲਬ ਉਹ ਕਿਸਾਨੀ ਦੇ ਨਾਲ ਨਹੀਂ। ਜਦੋਂ ਇੱਕ ਸੱਦਾ ਆ ਗਿਆ, ਆ ਕੇ ਬਹਿ ਜਾਓ ਸਾਰੇ ਜਣੀ, ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸੀ ਆ, ਤੁਸੀਂ ਸਾਰੇ ਆਪੋ ਆਪਣਾ ਝੰਡਾ ਛੱਡੋ, ਇੱਕ ਵਾਰੀ ਤੁਸੀਂ ਸਾਰੇ ਕਿਸਾਨ ਹੋ, ਬੈਠੋ ਆ ਕੇ ਵਿੱਚ। ਵੱਖਰਾ ਕਰਨ ਦਾ ਮਤਲਬ ਇਹ ਹੈ ਜੀ, ਚਾਹੇ ਜਿਹੜਾ ਵੀ ਮਰਜ਼ੀ ਵੱਖਰਾ ਕਰ ਰਿਹਾ, ਅਸੀਂ ਇੱਕ ਤਾਂ ਨਹੀਂ ਕਵਾਂਗੇ, ਅਕਾਲੀ ਵੀ ਵੱਖਰਾ ਕਰ ਰਿਹਾ, ਕਾਂਗਰਸੀ ਵੀ ਵੱਖਰਾ ਕਰ ਰਿਹਾ, ਕੀਤਾ ਵੀ ਆ, ਪਹਿਲਾਂ ਸੁਖਬੀਰ ਨੇ ਕੀਤਾ, ਫਿਰ ਚੰਡੀਗੜ੍ਹ 'ਚ ਵੱਖਰਾ ਕੀਤਾ। ਉਹਦਾ ਸਾਫ਼ ਮਤਲਬ ਆ ਕਿ ਕਿਸਾਨੀ ਦੇ ਸੰਘਰਸ਼ ਨੂੰ ਤੋੜਨਾ, ਇਹਨੂੰ ਤੋੜੋ ਕਿਵੇਂ ਨਾ ਕਿਵੇਂ, ਕਿਉਂਕਿ ਸੈਂਟਰ ਗਵਰਨਮੈਂਟ ਇਹ ਚਾਹੁੰਦੀ ਨਹੀਂ ਗੀ ਕਿ ਇਹ ਸੰਘਰਸ਼ ਅੱਗੇ ਵਧੇ, ਕਿਉਂਕਿ ਜੇ ਅੱਗੇ ਵਧੂਗਾ ਤੇ ਲਾਜ਼ਮੀਆ ਸੈਂਟਰ ਗਵਰਨਮੈਂਟ ਡਿੱਗੂਗੀ। ਅਡਾਨੀ ਅੰਬਾਨੀ ਤੁਸੀਂ ਗੱਲ ਕੀਤੀ ਹੈ, ਇਸ ਟਾਈਮ ਤੇ ਰਿਲਾਇੰਸ ਦੇ ਪੰਪ ਘੇਰੇ ਜਾ ਰਹੇ ਆ, ਰਿਲਾਇੰਸ ਦੇ ਸਟੋਰ ਘੇਰੇ ਜਾ ਰਹੇ ਆ, ਉਹਨਾਂ ਦੀਆਂ ਸਿੰਮਾਂ ਬੰਦ ਕੀਤੀਆਂ ਜਾ ਰਹੀਆਂ ਵਾ, ਇਹਨੂੰ ਤੁਸੀਂ ਕਿਵੇਂ ਲੈਂਦੇ ਆ ਕਿਸਾਨ ਜਥੇਬੰਦੀ? ਹਾਂਜੀ, ਇਹਦੇ ਨਾਲ ਇਹਨਾਂ ਨੂੰ ਇੱਕ ਬਹੁਤ ਵੱਡਾ ਘਾਟਾ ਪੈ ਸਕਦਾ, ਕਿਉਂਕਿ ਇਸ ਪੈਸੇ ਤੋਂ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਹੁੰਦਾ, ਕਰੋੜਾਂ ਰੁਪਏ ਇੱਕ ਦਿਨ ਦੇ ਵਿੱਚ ਉਹਨਾਂ ਨੂੰ ਮਿਲਦਾ ਵਾ। ਔਰ ਇਹਨਾਂ ਦੇ ਨਾਲ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਬੰਦ ਕਰਦੇ ਹਾਂ ਤਾਂ ਸਾਡੇ ਇੰਡੀਆ ਦੀਆਂ ਚੀਜ਼ਾਂ ਚੱਲਣਗੀਆਂ। ਜੇ ਇੰਡੀਅਨ ਆਇਲ ਆ ਜਾਂ ਕੋਈ ਹੋਰ ਆਇਲ ਆ, ਭਾਰਤ ਦਾ ਵਾ ਜਿਹੜਾ, ਉਹ ਚੱਲੂਗਾ। ਬਾਹਰਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਚੱਲੂਗਾ ਤਾਂ ਸਾਰਾ ਮੁਨਾਫਾ ਹੀ ਉਹਨਾਂ ਨੂੰ ਹੋਊਗਾ। ਫੋਰ ਐਗਜ਼ਾਮਪਲ ਆ, ਹੁਣ ਜਿਵੇਂ ਸਾਡੇ ਬੱਚੇ ਆਇਲਟਸ ਕਰਦੇ ਆ, ਬੱਚੇ ਇੰਡੀਆ ਦੇ ਆ, ਸਾਡੇ ਰੁਪਈਏ ਦੀ ਕੀਮਤ ਘਟ ਗਈ ਆ, ਜਿਸ ਕਰਕੇ ਉਧਰਲੇ ਡਾਲਰ ਦੀ ਕੀਮਤ ਜ਼ਿਆਦਾ, ਸਾਡੇ ਬੱਚੇ 20-25 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਆ। ਠੀਕ ਹੈ ਜੀ, ਇਧਰਲਾ ਪੈਸਾ ਵੀ ਉਧਰ ਗਿਆ, ਸਾਡੇ ਬੱਚੇ ਵੀ ਉਧਰ ਗਏ, ਜਿਹੜੇ ਖਾਸ ਕਰਕੇ ਸਿਆਣੇ ਤੇ ਮਤਲਬ ਜਾਣਕਾਰ ਬੱਚੇ ਆ ਉਹ ਉਧਰ ਜਾ ਰਹੇ ਨੇ। ਠੀਕ ਹੈ, ਦੋਨੋਂ ਚੀਜ਼ਾਂ ਦਾ ਨੁਕਸਾਨ ਹੋ ਰਿਹਾ। ਸੇਮ ਇਦਾਂ ਹੀ ਜਿਹੜਾ ਬਾਹਰਲਾ ਕਾਰਪੋਰੇਟ ਸੈਕਟਰ ਆ ਉਹ ਇੰਡੀਆ ਦੀਆਂ ਚੀਜ਼ਾਂ ਨੂੰ ਤਬਾਹ ਕਰ ਰਿਹਾ। ਹੁਣ ਮੰਨ ਲਓ ਜੀ ਆਪਣਾ ਖੇਤੀ ਪ੍ਰਧਾਨ ਸੂਬਾ ਹੀ ਆ, ਜੇ ਇੱਥੇ ਸਾਰੀਆਂ ਫਸਲਾਂ ਦੇ ਲੋਕਾਂ ਨੂੰ ਰੇਟ ਮਿਲਣ, ਮਤਲਬ ਵੱਖਰੀਆਂ ਤੇਲ ਦੀਆਂ ਫਸਲਾਂ ਨੂੰ, ਫਲਾਂ ਨੂੰ ਜਾਂ ਹੋਰ ਹੈ ਨਾ, ਤਾਂ ਸਾਰੀ ਇੰਡਸਟਰੀ ਵਿਕਸਿਤ ਹੋਊਗੀ, ਉਹ ਵੀ ਇੰਡੀਆ ਦੀ, ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਬੇਰੁਜ਼ਗਾਰੀ ਖਤਮ ਹੋਊਗੀ ਇੱਥੇ। ਤੇ ਸਾਡੀ ਇੰਡਸਟਰੀ ਵਿਕਸਿਤ ਨਹੀਂ ਹੋ ਰਹੀ ਕਿਉਂਕਿ ਬਾਹਰਲੀਆਂ ਕੰਪਨੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜੇ ਅਸੀਂ ਇਹ ਚੀਜ਼ਾਂ ਬੰਦ ਕਰਾਂਗੇ, ਇੰਡੀਆ ਦੀਆਂ ਚੀਜ਼ਾਂ ਪ੍ਰਫੁੱਲਤ ਹੋਣਗੀਆਂ। ਪਿਆ ਤੇ ਬਹੁਤ ਕੁਛ ਹੈ ਇੰਡੀਆ 'ਚ, ਤਾਂ ਹੀ ਇਹਨੂੰ ਸੋਨੇ ਦੀ ਚਿੜੀ ਕਦੇ ਕਿਹਾ ਜਾਂਦਾ ਰਿਹਾ ਵਾ। ਹੋਰ ਸੋਨੇ ਦੀ ਚਿੜੀ ਉੱਦਾਂ ਤੇ ਹੈ ਨਹੀਂ ਸੀ ਕਿਉਂਕਿ ਇੱਥੇ ਭੰਡਾਰ ਬਹੁਤ ਸੀ ਸਾਰੇ ਕਾਸੇ ਦੇ, ਨਾ ਵੱਖਰੇ ਤਰ੍ਹਾਂ ਦਾ ਮੌਸਮ ਆ, ਫਸਲਾਂ, ਸਾਰਾ ਕੁਝ ਇੱਥੇ ਆ। ਜੇ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਤਾਂ ਸਾਡੇ ਦੇਸ਼ ਦਾ ਮਤਲਬ ਜਿਹੜਾ ਹੋਰ ਵੀ ਫਾਇਦਾ ਹੋਏਗਾ ਉਹਨਾਂ ਦੇ। ਲਾਸਟ ਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਕਰਨੀ ਚਾਹੂੰਗਾ, ਦੀਪ ਸਿੱਧੂ ਦਾ ਤੁਸੀਂ ਵਿਰੋਧ ਕਰ ਰਹੇ ਹੋ। ਜੇ ਆਪਾਂ ਲੱਖੇ ਸੈਣਾ ਦੀ ਗੱਲ ਕਰੀਏ, ਪੈਟਰੋਲ ਪੰਪ ਰੋਕੇ ਜਾ ਰਹੇ ਆ ਉੱਥੇ, ਉਹਦਾ ਤੁਸੀਂ ਹਮਾਇਤ ਕਰ ਰਹੇ ਹੋ। ਸਾਰਿਆਂ ਨੂੰ ਇਕਮੁੱਠ ਕੀ ਕਹੋਗੇ? ਇਕਮੁੱਠ ਹੋਣ ਦਾ ਸੱਦਾ ਕਿਉਂ ਨਹੀਂ ਦੇ ਸਕਦੇ ਆਪਾਂ ਕਿ ਆਓ ਸਾਰੇ ਫੇਰ ਦੁਬਾਰਾ ਇਕਮੁੱਠ ਹੋਈਏ? ਲੜਾਈ ਸਾਡੀ ਕਿਸਾਨਾਂ ਦੀ ਆ, ਇਹ ਕਿਸਾਨ ਰੋਡਾਂ ਦੇ ਉੱਤੇ ਆ, ਸਾਡੇ ਬਜ਼ੁਰਗ ਰੋਡਾਂ ਤੇ ਆ। ਜੇ ਸਾਡੀ ਨੌਜਵਾਨ ਪੀੜ੍ਹੀ ਵੀ ਰੋਡਾਂ ਤੇ ਆਊ ਤੇ ਜੇ ਕ੍ਰਾਂਤੀ ਦੀ ਗੱਲ ਕਰੀਏ ਤੇ ਕ੍ਰਾਂਤੀ ਆ ਸਕਦੀ ਆ। ਜੇ ਸਾਡੀ ਨੌਜਵਾਨੀ ਸੜਕਾਂ ਤੇ ਆ ਜੇ ਤੇ ਸਾਰੀ ਹੰਬਲਾ ਮਾਰੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਅਸੀਂ ਤੇ ਸਾਰਿਆਂ ਨੂੰ ਇਹ ਕਹਾਂਗੇ ਵੀ ਜੇ ਆਪਾਂ ਕਿਸਾਨ ਹਿਤੈਸ਼ੀ ਆ ਫਿਰ ਸਾਰੇ ਆਈਏ ਕਿਸਾਨਾਂ ਦੇ ਨਾਲ। ਹੁਣ ਇਹ ਤੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅਸੀਂ ਆਪਣਾ ਵੱਖਰਾ ਕਰ ਸਕਦੇ ਸੀਗੇ ਵੀ ਅਸੀਂ ਤਾਂ ਵਿਦਿਆਰਥੀ ਆ ਜੀ, ਅਸੀਂ ਵਿਦਿਆਰਥੀ ਵੱਖਰਾ ਕਰਾਂਗੇ ਨਾ। ਸਾਨੂੰ ਲੱਗਦਾ ਕਿਸਾਨਾਂ ਦਾ ਇਸ਼ੂ ਆ, ਅਸੀਂ ਕਿਸਾਨਾਂ ਦੇ ਵਿੱਚ ਹੀ ਜਾਈਏ ਤੇ ਉੱਥੇ ਹੀ ਰਹੀਏ ਜੋ ਫੈਸਲਾ ਕਰਦੇ ਆ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਫੌਜਾਂ ਹਮੇਸ਼ਾ ਉਹੀ ਜਿੱਤਦੀਆਂ ਜਿਹੜੀਆਂ ਆਪਣੇ ਜਰਨੈਲ ਦੇ ਆਖੇ ਲੱਗਦੀਆਂ। ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਹਰ ਜਥੇਬੰਦੀ ਦਾ ਕੋਈ ਨਾ ਕੋਈ ਸੰਘਰਸ਼ ਆ, ਲੰਬੇ ਸਮੇਂ ਤੋਂ ਲੜੇ ਆ। ਕੋਈ 40 ਸਾਲ ਦੀ ਜਰਨੈਲ ਤੇ ਜਿਹੜਾ ਵੀ ਅੱਗੇ ਤੁਰਦਾ ਜਰਨੈਲ ਬਣ ਜਾਂਦਾ, ਉਹ ਕਹਿੰਦਾ ਕਿ ਮੈਂ ਜਰਨੈਲ ਹਾਂ। ਨਹੀਂ, ਇਦਾਂ ਨਹੀਂ ਹੁੰਦਾ ਜੀ, ਸਾਰੇ ਅੱਗੇ ਜਰਨੈਲ ਨਹੀਂ ਬਣ ਸਕਦੇ। ਇਹ ਵੀ ਸੰਘਰਸ਼ 'ਚ ਹੀ ਪਤਾ ਲੱਗਦਾ ਵੀ ਕਿਹੜਾ ਬੰਦਾ ਇਹਦੇ ਕਾਬਿਲ ਆ ਤੇ ਕਿਹੜਾ ਨਹੀਂ ਹੈਗਾ। ਸੰਘਰਸ਼ ਬਹੁਤ ਕੁਝ ਤੈਅ ਕਰਦੇ ਆ, ਉੱਥੋਂ ਹੀ ਪਤਾ ਲੱਗਦਾ ਵੀ ਚੰਗਾ ਕੌਣ ਆ ਤੇ ਮਾੜਾ ਕੌਣ ਆ, ਖੜਨ ਵਾਲਾ ਕੌਣ ਆ ਤੇ ਭੱਜਣ ਵਾਲਾ ਕੌਣ ਆ। ਮੁਸੀਬਤ ਪਈ ਤੋਂ ਹੀ ਸਭ ਕੁਝ ਪਤਾ ਲੱਗਦਾ ਵਾ। ਤਾਂ ਜੇ ਅਸੀਂ ਉਹਨੂੰ ਕਿਉਂਕਿ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਨਾ, ਉਹ 'ਚੋਂ ਕੋਈ ਬੰਦਾ ਗਲਤ ਕਰੂਗਾ ਉਹਨੂੰ ਜੀ ਸਦ ਕੇ ਪਾਸੇ ਕਰਾਂਗੇ ਵੀ ਤੂੰ ਭਾਈ ਵਿੱਚੋਂ ਵੱਖਰਾ ਕਰ ਰਿਹਾ। ਸਾਰੀਆਂ ਜਥੇਬੰਦੀਆਂ ਦੀ ਲੱਤ ਖਿੱਚਣਗੀਆਂ, ਪਰ ਜਦੋਂ ਅਸੀਂ ਆਲਰੇਡੀ ਪਾਸੇ ਵੱਖਰਾ ਕਰਾਂਗੇ ਉਹਦੇ ਨਾਲ ਸਾਡਾ ਨੁਕਸਾਨ ਹੋਣਾ ਹੀ ਹੋਣਾ, ਇਹ ਤੈਅ ਆ ਜੀ। ਬਿਲਕੁਲ ਜੀ, ਹਰ ਇੱਕ ਨੂੰ ਇੱਕੋ ਆਵਾਜ਼ ਦਿੱਤੀ ਜਾ ਰਹੀ ਹੈ ਕਿ ਆਓ ਆਪਾਂ ਸਾਰੇ ਇਕੱਠੀ ਲੜਾਈ ਲੜੀਏ। ਜੇ ਦੀਪ ਸਿੱਧੂ ਦੀ ਗੱਲ ਕਰਦੇ ਆ, ਲੱਖੇ ਸਿਧਾਣੇ ਦੀ ਗੱਲ ਕਰਦੇ ਆ, ਕਲਾਕਾਰ ਭਾਈਚਾਰੇ ਦੀ ਗੱਲ ਕਰਦੇ ਆ, ਕਿਸਾਨ ਯੂਨੀਅਨ ਦੀ ਗੱਲ ਕਰਦੇ ਆ, ਕੇਵਲ ਪੋਲੀਟੀਕਲ ਪਾਰਟੀਆਂ ਨੂੰ ਛੱਡ ਕੇ ਹਰ ਇੱਕ ਨੂੰ ਇਹੋ ਸੱਦਾ ਦਿੱਤਾ ਜਾ ਰਿਹਾ ਹੈ ਕਿ ਆਓ ਇੱਕੇ ਝੰਡੇ ਥੱਲੇ ਇਕੱਠੇ ਹੋਈਏ ਤੇ ਉਸ ਝੰਡੇ ਦੇ ਵਿੱਚ ਥੱਲੇ ਆ ਕੇ ਆਪਾਂ ਹੀ ਲੜਾਈ ਲੜ ਸਕਦੇ ਹਾਂ, ਜਿਹਦੇ ਨਾਲ ਜਿੱਤਣੀ ਤੈਅ ਆ। ਮੋਦੀ ਸਰਕਾਰ ਤੱਕ ਆਵਾਜ਼ ਬੁਲੰਦ ਕਰਨ ਵਾਸਤੇ ਆਓ ਸਾਰੇ ਇੱਕ ਝੰਡੇ ਥੱਲੇ, ਕਿਸਾਨੀ ਦੇ ਝੰਡੇ ਥੱਲੇ ਇਕੱਠੇ ਹੋ ਕੇ ਹੀ ਅਸੀਂ ਆਵਾਜ਼ ਬੁਲੰਦ ਕਰ ਸਕਦੇ ਹਾਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।